ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਹਮੀਤ ਸਿੰਘ ਜੀ। ਦੋਨਾਂ ਨੂੰ ਜੀ ਆਇਆ। बहुत बहुत शुक्रिया रंधावा जी। शुक्रिया जी। ਮਨ ਥੋੜਾ ਆਵਾਜ਼ਾਰ ਹੈ, ਗੱਲ ਕਰਨੀ ਉਨੀ ਸੁਖਾਲੀ ਨਹੀਂ। ਕਾਰਤਿਕ ਪੋਪਲੀ ਦੀ ਅਣਸੁਖਾਵੀ ਮੌਤ ਇਹ ਸਾਰਿਆਂ ਨੂੰ ਖਲ ਰਹੀ ਹੈ। ਸਾਡੀਆਂ ਏਜੰਸੀਆਂ, ਸਾਡਾ ਮੁਆਸ਼ਰਾ ਸਾਰੇ ਹੀ ਸਵਾਲਾਂ ਦੇ ਘੇਰੇ 'ਚ ਆ। ਇਕਲੌਤੇ ਬੱਚੇ ਦੇ ਤੁਰ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੀ ਰਿਕਵਰੀ ਸੰਜੇ ਪੋਪਲੀ ਦੇ ਘਰੋਂ ਦਿਖਾਈ ਗਈ ਹੈ ਵਿਜੀਲੈਂਸ ਵੱਲੋਂ, ਇਹਨਾਂ ਦੋਨਾਂ ਵਰਤਾਰਿਆਂ ਨੂੰ ਕਿਹੜੇ ਸਾਂਚੇ 'ਚ ਰੱਖ ਕੇ ਵੇਖੀਏ ਔਖਾ ਹੈ। ਇਹਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਔਰ ਨਾ ਇਹਨੂੰ ਸ਼ਬਦਾਂ 'ਚ ਪਰੋਇਆ ਜਾ ਸਕਦਾ। ਲੇਕਿਨ ਕਿਉਂਕਿ ਇਹ ਮਜਬੂਰੀ ਆ ਕਿ ਇਹਨੂੰ ਵੱਖ-ਵੱਖ ਐਂਗਲ ਤੋਂ ਦੇਖਿਆ ਜਾਣਾ ਔਰ ਦੇਖਿਆ ਜਾ ਰਿਹਾ। ਸਾਡੀਆਂ ਪੁਲਿਸ ਫੋਰਸਸ ਦਾ ਪ੍ਰੋਫੈਸ਼ਨਲਿਜ਼ਮ ਜਾਂ ਥਰਡ ਡਿਗਰੀ, ਇਹ ਸਵਾਲ ਖੜਾ ਹੋ ਗਿਆ ਪਰਿਵਾਰ ਵੱਲੋਂ। ਲੇਕਿਨ ਜਿਸ ਤਰ੍ਹਾਂ ਵਿਜੀਲੈਂਸ ਆਪਣਾ ਦਾਅਵਾ ਕਰ ਰਹੀ ਆ, ਇਹਦੇ ਉੱਤੇ ਗੱਲ ਕਰਦੇ ਆ। ਅੱਜ ਵਿਧਾਨ ਸਭਾ ਦੇ ਵਿੱਚ ਵੀ ਕਾਫੀ ਰੌਲੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੈਂਸਿਟਿਵ ਮਾਮਲੇ ਉਠਾਏ ਗਏ। ਉਹਨਾਂ ਦਾ ਲੱਗਿਆ ਸਵਾਲ ਸੀ ਕਿ ਅੰਮ੍ਰਿਤਸਰ ਦਾ ਸਰਕਟ ਹਾਊਸ ਸਰਕਾਰ ਨੇ ਸਰਕਾਰੀ ਤੌਰ ਤੇ ਵੇਚਿਆ ਤੇ ਸਰਕਾਰ ਨੇ ਨਿੱਜੀ ਤੌਰ ਤੇ ਖਰੀਦਿਆ। ਇਹ ਜੁਮਲਾ ਨਹੀਂ ਆ, ਇਹ ਸਟੇਟਮੈਂਟ ਆ ਜੇ ਇਹਨੂੰ ਬਰੀਕੀ ਨਾਲ ਦੇਖੋਗੇ। ਦੂਜਾ ਸਵਾਲ ਮਾਈਨਿੰਗ ਨੂੰ ਲੈ ਕੇ ਬਹੁਤ ਵੱਡਾ ਰੌਲਾ ਪਿਆ। ਮਾਈਨਿੰਗ ਨੂੰ ਲੈ ਕੇ ਰੌਲਾ ਪਿਆ, ਪਰ ਨਸ਼ੇ ਦੇ ਉੱਤੇ ਕੋਈ ਰੌਲਾ ਨਹੀਂ। ਮੈਨੂੰ ਲੱਗਦਾ ਜਿਵੇਂ ਸਾਡੇ ਸਿਆਸਤਦਾਨ ਇੱਕ ਮੁੱਦੇ ਤੋਂ ਦੂਜੇ 'ਚ ਸ਼ਿਫਟ ਹੋਣ ਲੱਗਿਆ, ਮਿੰਟ ਨਹੀਂ ਲਾਉਂਦੇ। ਹੋਰ ਕੁਝ ਡਾਢੇ ਸਵਾਲ ਨੇ ਜਿਨ੍ਹਾਂ ਨੂੰ ਇਗਨੋਰ ਕੀਤੇ ਬਿਨਾਂ ਅੱਗੇ ਵਧਿਆ ਨਹੀਂ ਜਾਣਾ। ਪਰ ਮੁੱਢਲੇ ਦੌਰ 'ਚ ਮੈਂ ਉਹ ਸਾਰੇ ਲੈ ਕੇ ਆਊਂਗਾ। ਕੁਝ ਇੱਕ ਨਵੇਂ ਤੱਥ ਸਾਹਮਣੇ ਪੇਸ਼ ਹੋ ਰਹੇ ਆ। ਲੇਕਿਨ ਸਰਦਾਰ ਹਮੀਤ ਸਿੰਘ, ਮੈਂ ਸ਼ਾਇਦ ਢੁਕਵਾਂ ਬੰਦਾ ਨਹੀਂ, ਕਾਰਤਿਕ ਪੋਪਲੀ ਦੀ ਮੌਤ ਨੂੰ ਸ਼ਬਦ ਦੇਣ ਲਈ ਮੈਂ ਬਿਲਕੁਲ ਢੁਕਵਾਂ ਨਹੀਂ। ਕਿਵੇਂ ਇਹਨੂੰ ਲਈਏ ਕਿ ਕੀ ਵਰਤਾਰੇ ਨੇ? ਇਹਨੂੰ ਦੋ ਵੱਖਰੇ ਐਂਗਲ ਤੋਂ ਦੇਖਿਆ ਜਾ ਰਿਹਾ। ਇੱਕ ਤਾਂ ਬਾਪ ਵੱਲੋਂ ਕੀਤੀ ਕਰਪਸ਼ਨ ਦੀ ਰਿਕਵਰੀ ਨੇ ਬੱਚੇ ਦੇ ਮਨ ਤੇ ਅਸਰ ਪਾਤਾ, ਜਾਂ ਫਿਰ ਕਿਧਰੇ ਜਾਂਚ ਏਜੰਸੀ ਕੋਈ ਗਲਤੀ ਕਰ ਗਈ। ਇਹ ਦੋ ਪਹਿਲੂ ਇਕੱਠੇ ਖੜੇ ਹੋ ਰਹੇ ਆ, ਕਿਵੇਂ ਇਹਨੂੰ ਲਈਏ? ਬਿਲਕੁਲ ਇੱਕ ਬਹੁਤ ਦੁਖਦਾਈ ਪਹਿਲੂ ਉਸ ਪੱਧਰ ਤੇ ਹੋ ਜਾਂਦਾ ਹੈ ਜਦੋਂ ਮਤਲਬ ਇੱਕ ਜਵਾਨ ਬੇਟਾ ਦੀ ਕਿਸੇ ਦੀ ਵੀ ਮੌਤ ਹੁੰਦੀ ਹੈ, ਕਿਸੇ ਬਿਨਾਂ ਵਜ੍ਹਾ ਹੁੰਦੀ ਹੈ, ਕਿਉਂਕਿ ਜਿਹਦੀ ਇਨਵੋਲਵਮੈਂਟ ਆਮ ਤੌਰ ਤੇ ਨਾ ਵੀ ਹੋਵੇ ਸਾਰੇ ਮਾਮਲੇ ਦੇ ਵਿੱਚ। ਜਿਵੇਂ ਵਿਜੀਲੈਂਸ ਨੇ ਗ੍ਰਿਫਤਾਰ ਕੀਤੇ ਸੀ ਸੰਜੇ ਪੋਪਲੀ IAS ਅਫਸਰ 2008 ਬੈਚ ਦੇ, ਉਹਨਾਂ ਤੇ ਇੱਕ ਘਪਲੇ ਦਾ ਦੋਸ਼ ਹੈ, ਦੋਸ਼ ਸਾਬਤ ਹੋਣਾ ਹੈ। ਅਜੇ ਸਾਰੀਆਂ ਚੀਜ਼ਾਂ ਦੀ ਵੈਰੀਫਿਕੇਸ਼ਨ ਹੋਣੀ ਹੈ, ਅਦਾਲਤ ਦੇ ਵਿੱਚ ਜਾਣਾ। ਪਰ ਰਿਮਾਂਡ ਦੇ ਦੌਰਾਨ ਪੁਲਿਸ ਜਾ ਕੇ ਇਹ ਸਰਚ ਕਰ ਰਹੀ ਸੀ, ਉਹਨਾਂ ਦੇ ਘਰ ਦੇ ਵਿੱਚ ਗਈ। ਘਰ ਦੇ ਵਿੱਚੋਂ ਬਾਕੀ ਵੀ ਚੀਜ਼ਾਂ ਦਿਖਾਈਆਂ ਗਈਆਂ ਨੇ, ਸੋਨਾ ਮਿਲਿਆ, ਬਿਸਕੁਟ ਮਿਲੇ, ਬਾਕੀ ਚੀਜ਼ਾਂ ਮਿਲੀਆਂ। ਇੱਕ ਤਾਂ ਉਹ ਪਹਿਲੂ ਹੈ ਜਿਹੜਾ ਕਰਪਸ਼ਨ ਦਾ ਪਹਿਲੂ ਹੈ ਪ੍ਰਸ਼ਾਸਨਿਕ ਐਂਗਲ ਤੋਂ, ਜਿਹਨੂੰ ਡੀਲ ਕੀਤਾ ਜਾ ਰਿਹਾ ਸੀਗਾ ਉਸ ਪੱਧਰ ਦੇ ਉੱਤੇ। ਦੂਸਰਾ ਪਹਿਲੂ ਜਦੋਂ ਉਹਦੇ ਵਿੱਚ ਮਿਲ ਜਾਂਦਾ ਫਿਰ ਕਿ ਸਾਡੀਆਂ ਪੁਲਿਸ ਜਾਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਆਂ ਨੇ ਜਾਂ ਜਾਂਚ ਏਜੰਸੀਆਂ ਨੇ, ਉਹਨਾਂ ਦੀਆਂ ਆਪਣੀਆਂ ਕਾਰਗੁਜ਼ਾਰੀਆਂ ਤੇ ਵੀ ਸਵਾਲ ਲਗਾਤਾਰ ਉੱਠਦੇ ਨੇ। ਔਰ ਉਹ ਕਿਵੇਂ ਨੇ ਕਿ ਮੈਨੂੰ ਇਹ ਲੱਗਦਾ ਹੁੰਦਾ ਹਮੇਸ਼ਾ ਜਦੋਂ ਆਪਾਂ ਬਾਤ ਕਰਦੇ ਹਾਂ ਬਾਹਰ ਬੈਠ ਕੇ, ਤਾਂ ਜਿਵੇਂ ਜਾਂਚ ਤੋਂ ਬਾਅਦ ਇੱਕ ਹਮਲਾਵਰ ਰੁਖ ਜਾ ਹੁੰਦਾ, ਘਰ ਨੂੰ ਕਿਵੇਂ ਘੇਰਨਾ ਹੈ, ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਬਾਡੀ ਲੈਂਗੁਏਜ ਕੀ ਹੈ, ਬੋਲ ਚਾਲ ਕਿਹੋ ਜੀ ਹੈ, ਉਹ ਸਾਰੀਆਂ ਚੀਜ਼ਾਂ ਦਾ ਇੱਕ ਅਸਰ ਪੈਣਾ ਬੜਾ ਸੁਭਾਵਿਕ ਉਸ ਪੱਧਰ ਦੇ ਉੱਤੇ ਹੁੰਦਾ। ਉਹਦੇ ਚੋਂ ਫਿਰ ਇਹ ਲੱਗਣ ਲੱਗ ਜਾਂਦਾ ਜਿਵੇਂ ਕ੍ਰਾਈਮ ਹਮੇਸ਼ਾ ਹੀ ਇਹ ਕਿਹਾ ਜਾਂਦਾ ਇੱਕ ਇੰਡੀਵਿਜੂਅਲ ਕਰਦਾ, ਇੱਕ ਵਿਅਕਤੀ ਕਰਦਾ, ਉਹਦੇ ਬਾਕੀ ਪਰਿਵਾਰਕ ਮੈਂਬਰ ਕ੍ਰਾਈਮ ਦਾ ਹਿੱਸਾ ਨਹੀਂ ਉਸ ਲੈਵਲ ਤੇ ਹੁੰਦੇ ਜਿਸ ਲੈਵਲ ਤੇ ਮੰਨਿਆ ਨਹੀਂ ਜਾਂਦਾ ਸਾਡੇ ਕਾਨੂੰਨ 'ਚ। ਜਾਂ ਤਾਂ ਕੋਈ ਆਪਸੀ ਬੈਠ ਕੇ ਯੋਜਨਾਬੰਦੀ ਹੋ ਗਈ ਹੋਵੇ ਤਾਂ ਉਹਨਾਂ ਦਾ ਨਾਮ ਕਿਸੇ ਦਾ ਸ਼ਾਮਲ ਹੋ ਸਕਦਾ, ਵਰਨਾ ਉਹ ਨਿਰਦੋਸ਼ ਆਪਣੇ ਵੱਲੋਂ ਗਿਣੇ ਜਾਂਦੇ ਨੇ। ਇੱਕ ਤਾਂ ਉਹ ਤਰੀਕਾਕਾਰ ਜਿਹੜਾ ਚਾਹੇ ਸਾਡੀ ਪੁਲਿਸ ਦੇ ਥਾਣਿਆਂ ਦੇ ਵਿੱਚ ਲਗਾਤਾਰ ਜਿਹੜਾ ਐਕਸਪੋਜ਼ ਹੁੰਦਾ ਹੈ ਥਰਡ ਡਿਗਰੀ, ਔਰ ਬੰਦਿਆਂ ਨੂੰ ਲਿਜਾ ਕੇ ਬਿਠਾਈ ਰੱਖਣਾ ਜਾਂ ਥਰਡ ਡਿਗਰੀ ਯੂਜ਼ ਕਰਨਾ, ਉਸ ਮੈਥਡ ਰਾਹੀਂ ਆਪਣੀ ਮਿਹਨਤ ਦੇ ਨਾਲ ਸਬੂਤ ਜਟਾਉਣ ਦੀ ਬਜਾਏ ਬੰਦਿਆਂ ਨੂੰ ਕੁੱਟਮਾਰ ਕਰਕੇ ਹੀ ਸਬੂਤ ਜਟਾਉਣ ਦੀ ਕੋਸ਼ਿਸ਼ ਕਰਨਾ, ਇੱਕ ਪ੍ਰੈਕਟਿਸ ਹੈ ਸਾਡੀ ਪੁਲਿਸ ਦੀ। ਔਰ ਜਿਹੜੀ ਪੱਛਮੀ ਪੁਲਿਸ ਦੇਸ਼ਾਂ ਦੀ ਪੁਲਿਸ ਹੈ ਉਹਦੀ, ਦੋਨਾਂ ਦੀ ਬੜਾ ਵਖਰੇਵਾਂ ਹੈ ਦੋਨਾਂ ਦੇ ਜਾਂਚ ਕਰਨ ਦੇ ਵਿੱਚ ਜਾਂ ਬਾਕੀ ਦੀਆਂ ਚੀਜ਼ਾਂ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਦੂਸਰਾ ਪਹਿਲੂ ਵੀ ਜਿਹੜਾ ਇਹਦਾ ਆਉਂਦਾ ਹੈ ਕਿ ਜਦ ਕੋਈ ਫਾਦਰ ਜਾਂ ਕੋਈ ਵਿਅਕਤੀ ਕਿਸੇ ਘਰ ਦਾ ਕਿਸੇ ਮਾਮਲੇ ਦੇ ਵਿੱਚ ਫਸਦਾ ਹੈ, ਨਾਰਮਲੀ ਉਸ ਪਰਿਵਾਰ ਦੀ ਬੜੀ ਇੱਜ਼ਤ ਮੰਨੀ ਜਾਂਦੀ ਹੈ ਨਾ, ਕਿਉਂਕਿ ਉੱਚੇ ਅਹੁਦੇ ਤੇ ਬੰਦਾ ਰਹਿੰਦਾ ਹੈ, ਇਹੋ ਜਿਹੀ ਲੋਕੈਲਿਟੀ 'ਚ ਰਹਿੰਦਾ ਹੈ, ਸਮਾਜ 'ਚ ਇੱਕ ਮਾਨ ਇੱਜ਼ਤ ਹੁੰਦਾ ਹੈ।
ਤਾਂ ਬਹੁਤ ਵਾਰੀ ਜਿਹੜੇ ਬੱਚਿਆਂ ਤੇ ਉਹ ਅਸਰ ਅੰਦਾਜ਼ ਵੀ ਹੋ ਜਾਂਦਾ ਹੈ ਕਿ ਸਾਡਾ ਸਮਾਜ 'ਚ ਇੱਜ਼ਤ ਕਿੱਧਰ ਹੋ ਗਈ, ਮੈਂ ਆਪਣੇ ਯਾਰਾਂ ਦੋਸਤਾਂ 'ਚ ਕਿਵੇਂ ਮੂੰਹ ਦਿਖਾਵਾਂਗਾ, ਬਾਕੀ ਸਮਾਜ ਦੇ ਵਿੱਚ ਮੈਂ ਕਿਵੇਂ ਰਹੂੰਗਾ। ਇਹ ਸਾਰੀਆਂ ਚੀਜ਼ਾਂ ਦਾ ਇੱਕ ਮਤਲਬ ਪਤਾ ਨਹੀਂ ਮੇਨ ਕਾਰਨ ਕਿਹੜਾ ਰਿਹਾ ਹੋਵੇ, ਪਰ ਇਹ ਸਾਰੇ ਕਾਰਨ ਸਮਾਜਿਕ ਕਾਰਨ ਹੈਗੇ ਨੇ, ਮਨੋਵਿਗਿਆਨਕ ਕਾਰਨ ਵੀ ਹੈਗੇ ਨੇ ਇਹਨਾਂ ਗੱਲਾਂ ਦੇ ਇਹੋ ਜਿਹੇ ਘਟਨਾ ਨੂੰ ਅੰਜਾਮ ਦੇਣ ਦੇ ਵਾਸਤੇ। ਹੁਣ ਘਰ ਦੇ ਤਾਂ ਇਲਜ਼ਾਮ ਚਾਹੇ ਸਰਕਾਰ ਤੇ ਲਾ ਰਹੇ ਨੇ, ਬਾਕੀ ਇਹਦਾ ਇੱਕ ਦੂਜਾ ਪੋਲੀਟੀਕਲ ਪਹਿਲੂ ਹੋ ਜਾਂਦਾ ਫਿਰ ਦੇ ਨਾਲ ਦੀ ਨਾਲ ਜੀ ਕਿ ਪੋਲੀਟੀਕਲ ਐਂਗਲ ਤੋਂ ਵੀ ਲੋਕ ਦੇਖਦੇ ਨੇ ਔਰ ਦੇਖਣਗੇ। ਜਿਵੇਂ ਤੁਰੰਤ ਘਟਨਾ ਵਾਪਰੀ ਹੈ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਬਾਜਵਾ ਤੇ ਇਸੇ ਤਰ੍ਹਾਂ ਰਾਜਾ ਵੜਿੰਗ, ਉਹਨਾਂ ਦੇ ਘਰ ਵੀ ਚਲੇ ਗਏ ਇਸ ਗੱਲ ਕਰਕੇ, ਕਿਉਂਕਿ ਸਵਾਲ ਤਾਂ ਉੱਠਣਗੇ ਹੀ ਉੱਠਣਗੇ। ਸਰਕਾਰ ਜਿਸ ਢੰਗ ਨਾਲ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਬਾਚ ਰੱਖਣਾ, ਨਿਗਰਾਨੀ ਰੱਖਣਾ, ਕਿਸ ਤਰੀਕੇ ਨਾਲ ਕੋਈ ਗੱਲ ਚੱਲ ਰਹੀ ਹੈ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ। ਤਾਂ ਇਹ ਵਿਧਾਨ ਸਭਾ ਦਾ ਜਿੱਦਣ ਹੁਣ ਸੋਮਵਾਰ ਜੁੜੇਗੀ ਜਾਂ ਜਦੋਂ ਵੀ ਜੁੜੇਗੀ, ਇਹ ਪੋਲੀਟੀਕਲ ਕੁਐਸਚਨ ਵੀ ਹੋਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਲਈ ਇਹਦੇ ਬਹੁਤ ਵੱਖ-ਵੱਖ ਪਹਿਲੂ ਨੇ ਜਿਹੜੇ ਪਹਿਲੂਆਂ ਤੋਂ ਜਦੋਂ ਦੇਖਿਆ ਜਾਊਗਾ ਤਾਂ ਹਮਦਰਦੀ ਹੋ ਜਾਂਦੀ ਹੈ ਫੈਮਿਲੀ। ਇੱਕ ਪਾਸੇ ਤਾਂ ਜਦੋਂ ਕਰਪਟ ਬੰਦਾ ਕਰਪਸ਼ਨ ਦੇ ਦੋਸ਼ਾਂ 'ਚ ਹੁੰਦਾ ਉਦੋਂ ਸਮਾਜ ਦੀ ਨਜ਼ਰੀਆ ਉਹਦੇ ਪ੍ਰਤੀ ਹੋਰ ਹੁੰਦਾ, ਹੋਰ ਤਰੀਕੇ ਨਾਲ ਦੇਖਦਾ। ਜਦੋਂ ਹੁਣ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਕ ਲੈਵਲ ਦੀ ਹਮਦਰਦੀ ਜੁੜਨੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦਾ ਉਦੋਂ ਬਾਅਦ ਜਾਂਚ ਤੇ ਕੀ ਅਸਰ ਪੈਂਦਾ ਹੈ, ਇਹ ਵੀ ਇੱਕ ਬਹੁਤ ਬੜਾ ਕੁਐਸਚਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ। ਇਹ ਬਹੁਤ ਵੱਡਾ ਸਵਾਲ ਹੈ ਹਮੀਤ ਸਿੰਘ ਜੀ ਕਿ ਜਿਹੜੀ ਵਿਜੀਲੈਂਸ ਦੀ ਜਿਹੜੀ ਅਫਸਰਸ਼ਾਹੀ ਹੈ, ਵਿਜੀਲੈਂਸ ਨਾਲ ਜੁੜੀ ਪੁਲਿਸ ਹੈ ਜਾਂ ਉਹਦੇ ਆਲਾ ਅਧਿਕਾਰੀ ਆ, ਉਹਨਾਂ ਦੀ ਮਾਨਸਿਕਤਾ ਦੇ ਉੱਤੇ ਕਿੰਨਾ ਅਸਰ ਪੈਂਦਾ, ਵਿਰੋਧੀ ਇਸ ਮਾਮਲੇ ਨੂੰ ਕਿਸ ਹੱਦ ਤੱਕ ਲੈ ਕੇ ਜਾਣਗੇ, ਜਾਂ ਇਹਦੇ ਨਾਲ ਜਿਹੜੀ ਗਵਰਨਮੈਂਟ ਆ ਉਹ ਬੈਕਫੁੱਟ ਤੇ ਆ ਜਾਊਗੀ। ਇੱਕ ਬਹੁਤ ਵੱਡਾ ਪ੍ਰੈਸ਼ਰ ਮਾਨਸਿਕ ਵੀ ਬਣ ਜਾਂਦਾ, ਵਿਜੀਲੈਂਸ ਦੇ ਚੀਫ ਦੇ ਉੱਤੇ ਬਹੁਤ ਅਸਰ ਹੋਇਆ ਹੋਊਗਾ। ਆਫਟਰ ਆਲ ਉਹਨਾਂ ਦੇ ਇਹ ਆਪਸੀ ਕੁਲੀਗ ਹੀ ਹੁੰਦੇ ਆ ਵੀ ਉਹਦੇ ਬੱਚੇ ਦੀ, ਇਕਲੌਤੇ ਬੱਚੇ ਦੀ ਮੌਤ ਹੋਈ। ਉਹ ਸਾਰੇ ਪੱਖ ਸ਼ਾਇਦ ਮੈਂ ਵੀ ਉਹਨੂੰ ਠੀਕ ਤਰੀਕੇ ਨਾਲ ਨਹੀਂ ਪੇਸ਼ ਕਰ ਪਾ ਰਿਹਾ। ਸਾਡੇ ਇੱਕ ਦੋਸਤ ਨੇ, ਮੈਂ ਉਹਨਾਂ ਨੂੰ ਮਿਲਿਆ ਤਾਂ ਨਹੀਂ, ਵਿਕਰਮ ਸਿੰਘ ਉੱਪਲ ਕਾਰਖਾਨੇਦਾਰ ਨੇ, ਸੰਤਕਾਰ ਨੇ, ਮੈਨੂੰ ਨੌਕ ਕਰਦੇ ਆ, ਫੋਨ ਕਰਦੇ ਆ, ਉਹ ਕਹਿੰਦੇ ਤੁਸੀਂ ਇਹਦੇ ਇੱਕ ਐਂਗਲ ਨੂੰ ਦੇਖ ਰਹੇ ਹੋ, ਇਹ ਪੁਲਿਸ ਦਾ ਨਜ਼ਰੀਆ, ਆਮ ਬੰਦੇ ਦੇ ਘਰ ਦੇ ਬਾਹਰ 4 ਪੁਲਿਸ ਵਾਲੇ ਆ ਜਾਣ ਤੇ ਉਹਦਾ ਕਿੰਨਾ ਰੌਲਾ ਸ਼ਹਿਰ 'ਚ ਪੈ ਜਾਂਦਾ। ਤੁਸੀਂ ਅੱਧੀ ਰਾਤ ਨਾਲ ਕਿਸੇ ਨੂੰ ਫੜਦੇ ਹੋ, ਇਹ ਵੀ ਪਹਿਲੂ ਆ। ਜਦੋਂ ਦਿਨ ਦੇ ਵਿੱਚ ਤੁਸੀਂ ਕਰ ਸਕਦੇ ਹੋ, ਇਨਵੈਸਟੀਗੇਸ਼ਨ ਦੇ ਹੋਰ ਤਰੀਕੇ ਵੀ ਹੁੰਦੇ ਆ। ਲੋਕ ਆਪਣੇ ਆਪਣੇ ਤਰੀਕੇ ਨਾਲ ਸਵਾਲ ਉਠਾ ਰਹੇ ਆ। ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਆ ਕਿ ਆਮ ਹੀ ਘਟਨਾਵਾਂ ਵਾਪਰ ਰਹੀਆਂ। ਡੀਜੀਪੀ ਸਾਹਿਬ ਨੂੰ ਔਰ ਏਡੀਜੀਪੀ ਵਿਜੀਲੈਂਸ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਆ ਕਿ ਕਈ ਵਾਰੀ ਬਹੁਤ ਅੱਛੀ ਕੰਪੇਨ, ਬਹੁਤ ਕੁਰਾਏ ਪੈ ਜਾਂਦੀ ਹੈ ਜਦੋਂ ਉਹਦਾ ਸਿਆਸੀਕਰਨ ਹੋ ਜਾਂਦਾ। ਲੇਕਿਨ ਇਸ ਵੇਲੇ ਸਭ ਦੀ, ਭਾਸਕਰ ਸਾਹਿਬ ਇਹਨੂੰ ਕਿੰਨਾ ਲਫ਼ਜ਼ਾਂ 'ਚ ਅੱਗੇ ਵਧਾ ਰਹੇ ਹੋ, ਮੈਨੂੰ ਦੱਸਿਓ ਜ਼ਰਾ। ਪੋਪਲੀ ਸਾਹਿਬ ਦੀ ਜ਼ਿੰਦਗੀ ਬਾਰੇ ਤੁਹਾਡੇ ਕੋਲ ਕੁਝ ਕਾਫੀ ਜਾਣਕਾਰੀਆਂ ਸੀਗੀਆਂ। ਇਹ ਬੱਚਾ ਲਾਅ ਗ੍ਰੈਜੂਏਟ ਸੀਗਾ, ਇਹਦੀ ਪਰਵਰਿਸ਼ ਬੜੀ, ਪੋਪਲੀ ਸਾਹਿਬ ਨੇ ਬੜੀ ਕਹਿੰਦੇ ਪ੍ਰੋਟੈਕਟਿਵ ਸੀਗਾ ਇਹ ਬੱਚਾ, ਬੜੇ ਅੱਛੇ ਤਰੀਕੇ ਨਾਲ ਕੀਤੀ ਸੀਗੀ। ਔਰ ਇਹ ਮੈਨੂੰ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਤੇ ਇਹ ਧਿਆਨ ਰੱਖਿਓ ਕਿ ਇਹਦੀ ਸੰਵੇਦਨਸ਼ੀਲਤਾ ਬਰਕਰਾਰ ਰਹੇ। ਤੁਹਾਡਾ ਆਪਣਾ ਮਾਈਕ ਔਨ ਕਰ ਲਓ, ਮਾਈਕ ਔਨ ਕਰ ਲਓ। ਇਸ ਤਰੀਕੇ ਨਾਲ ਪੋਪਲੀ ਉਹਨਾਂ ਦੀ ਜਿਹੜੇ ਨਜ਼ਦੀਕੀ ਮਿੱਤਰ ਨੇ ਉਹਨਾਂ ਨੇ ਦੱਸਿਆ, ਉਹਦੇ ਹਿਸਾਬ ਨਾਲ ਕਾਰਤਿਕ ਉਹਨਾਂ ਦੀ ਪਹਿਲੀ ਪਤਨੀ ਦਾ ਬੇਟਾ ਸੀਗਾ। ਉਹਨਾਂ ਦਾ ਸ਼ਾਇਦ 2001 ਦੇ ਵਿੱਚ ਛੱਡ-ਛਡਾਵ ਹੋ ਗਿਆ ਸੀ ਕਿਸੇ ਵੀ ਕਾਰਨ। ਉਹਨਾਂ ਕਾਰਨਾਂ ਦੇ ਵਿੱਚ ਅਸੀਂ ਨਹੀਂ ਜਾਂਦੇ ਤੇ ਬੜੇ ਇੱਕ ਪ੍ਰੋਟੈਕਟਿਡ ਮਾਹੌਲ ਦੇ ਵਿੱਚ ਇਸ ਬੱਚੇ ਨੂੰ ਉਹਨਾਂ ਨੇ ਪਾਲਿਆ ਸੀਗਾ। ਔਰ ਜਿਸ ਤਰ੍ਹਾਂ ਦੁਨੀਆ ਦੀ ਨਜ਼ਰ ਤੋਂ ਬਚਾ ਕੇ ਕੋਈ ਆਪਣੇ ਬੱਚੇ ਨੂੰ ਰੱਖਦਾ ਨਾ ਕਿ ਬਾਹਰ ਨਹੀਂ ਜਾਣਾ, ਬਾਹਰ ਖਤਰਾ ਹੈ, ਜਾਂ ਜਿੱਥੇ ਵੀ ਜਾਣਾ ਆਪਣੇ ਨਾਲ ਲੈ ਕੇ ਜਾਣਾ, ਇਸ ਤਰੀਕੇ ਨਾਲ ਇਸ ਬੱਚੇ ਦੀ ਪਰਵਰਿਸ਼ ਹੋਈ ਸੀ। ਔਰ ਜਿਹੜੇ ਜਾਣੂ ਲੋਕ ਇਹ ਵੀ ਜਾਣਦੇ ਨੇ ਕਿ ਇਹ ਪਿਓ ਪੁੱਤਰ ਇੱਕ ਦੋਸਤ ਦੇ ਤਰੀਕੇ ਨਾਲ ਰਹਿੰਦੇ ਸੀਗੇ, ਯਾਨੀ ਕਿਸੇ ਵੀ ਜਗ੍ਹਾ ਇੱਕ ਦੂਜੇ ਦੇ ਬਗੈਰ ਨਹੀਂ ਜਾਂਦੇ ਸੀਗੇ। ਚਲੋ ਅੱਜ ਜੋ ਕੁਝ ਹੋਇਆ, ਅਗਰ ਉਸ ਇਨਸੀਡੈਂਟ ਨੂੰ ਬਿਲਕੁਲ ਐਜ਼ ਇਟ ਇਜ਼ ਆਪਾਂ ਅਨਫੋਲਡ ਕਰੀਏ ਤੇ ਅਚਾਨਕ ਦੁਪਹਿਰ ਨੂੰ ਇੱਕ ਖਬਰ ਆਉਂਦੀ ਹੈ ਕਿ 11 ਸੈਕਟਰ ਦੇ ਵਿੱਚ ਸੰਜੇ ਪੋਪਲੀ ਉਹਨਾਂ ਦੇ ਘਰ ਦੇ ਕੋਲ ਇੱਕ ਗੋਲੀ ਚੱਲੀ। ਥੋੜੀ ਦੇਰ ਬਾਅਦ ਇਹ ਖਬਰ ਤਬਦੀਲ ਹੁੰਦੀ ਹੈ, ਇਹ ਘਰ ਦੇ ਬਾਹਰ ਨਹੀਂ, ਘਰ ਦੇ ਨਜ਼ਦੀਕ ਨਹੀਂ, ਘਰ ਦੇ ਅੰਦਰ ਚਲੀ ਹੈ। ਫਿਰ ਉਸ ਗੇਟ ਨੂੰ ਦਿਖਾਇਆ ਜਾਂਦਾ ਜਿਹੜਾ ਕਾਫੀ ਟਾਈਮ ਤੱਕ ਬੰਦ ਰਹਿੰਦਾ ਹੈ। ਔਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਵਿਜੀਲੈਂਸ ਵਾਲੇ ਜਾਂ ਕੋਈ ਪੁਲਿਸ ਦੀ ਟੀਮ ਅੰਦਰ ਹੈ, ਥੋੜੀ ਦੇਰ ਬਾਅਦ ਇਹ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ। ਫਿਰ ਅਚਾਨਕ ਇੱਕ ਖਬਰ ਚੱਲਦੀ ਹੈ ਕਿ ਜਿਹੜੇ ਸੰਜੇ ਪੋਪਲੀ ਉਹਨਾਂ ਦੇ ਬੇਟੇ ਨੂੰ ਗੋਲੀ ਲੱਗ ਗਈ। ਔਰ ਉਸ ਤੋਂ ਬਾਅਦ ਉਹ ਮਾਂ ਗੇਟ ਤੋਂ ਨਿਕਲ ਕੇ ਆਉਂਦੇ ਨੇ ਔਰ ਉਹਨਾਂ ਦੀ ਕੋਈ ਫੈਮਿਲੀ ਫਰੈਂਡ ਵੀ ਹੁੰਦੇ ਨੇ। ਉਹ ਇਲਜ਼ਾਮ ਲਾਉਂਦੇ ਨੇ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਜਾਂ ਵਿਜੀਲੈਂਸ ਦੀ ਜਿਹੜੀ ਟੀਮ ਆਈ ਸੀ, ਉਹ ਜਿਹੜੇ ਲੋਕ ਸੀਗੇ ਉਹਨਾਂ ਨੇ
ਕਾਰਤਿਕ ਨੂੰ ਗੋਲੀ ਮਾਰਤੀ। ਉਹ ਕਹਿੰਦੇ ਨੇ ਕਿ ਉੱਤੇ ਦੇ ਕਮਰੇ ਦੇ ਵਿੱਚ ਵਿਜੀਲੈਂਸ ਦੀ ਟੀਮ ਛਾਨਬੀਨ ਕਰ ਰਹੀ ਸੀਗੀ ਤੇ ਕਾਰਤਿਕ ਦੇ ਨਾਲ ਕੋਈ ਬਹਿਸ ਹੋਈ। ਬਹਿਸ ਦੇ ਵਿੱਚ ਉਹਨਾਂ ਦੀ ਮਾਤਾ ਇਹ ਕਹਿੰਦੀ ਹੈ ਕਿ ਉਹਨਾਂ ਨੇ ਵਿਜੀਲੈਂਸ ਡਿਪਾਰਟਮੈਂਟ ਦੇ ਹੀ ਕੁਝ ਆਫੀਸਰ ਨੇ, ਜਾਂ ਜਿਹੜੇ ਵੀ ਆਫੀਸਰ ਦਾ ਨਾਂ ਤੇ ਨਹੀਂ ਲਿੱਤਾ ਉਹਨਾਂ ਨੇ ਕਾਰਤਿਕ ਦੇ ਮੱਥੇ ਤੇ ਗੋਲੀ ਯਾਨੀ ਬੰਦੂਕ ਤਾਨੀ ਹੋਈ ਸੀਗੀ ਜਾਂ ਰਿਵਾਲਵਰ ਤਾਨੀ ਹੋਈ ਸੀ। ਉਸ ਤੋਂ ਬਾਅਦ ਇੱਕ ਗੋਲੀ ਚੱਲਦੀ ਹੈ ਔਰ ਕਾਰਤਿਕ ਦੇ ਕਨਪੱਟੀ ਦੇ ਵਿੱਚੋਂ ਖੂਨ ਨਿਕਲਦਾ ਹੈ ਔਰ ਉਹਨਾਂ ਦੀ ਮਾਤਾ ਦੇ ਬਿਆਨ ਦੇ ਹਿਸਾਬ ਨਾਲ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਜਾਂਦਾ ਹੈ। ਫਿਰ ਸ਼ਾਮ ਤੱਕ ਵਿਜੀਲੈਂਸ ਡਿਪਾਰਟਮੈਂਟ ਹਜੇ ਤੱਕ ਇਸ ਗੱਲ ਨੂੰ ਕਾਊਂਟਰ ਨਹੀਂ ਕਰਦਾ, ਪਰ ਸ਼ਾਮ ਨੂੰ ਵਿਜੀਲੈਂਸ ਡਿਪਾਰਟਮੈਂਟ ਦੀ ਤਰਫੋਂ ਵੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਇੱਕ ਰਿਕਵਰੀ ਦਿਖਾਈ ਜਾਂਦੀ ਹੈ ਕਿ ਬੜੀ ਭਾਰੀ ਰਿਕਵਰੀ ਉਹ ਸੰਜੇ ਪੋਪਲੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਘਰੋਂ ਹੋਈ, ਜਿਹਦੇ ਵਿੱਚ 9 ਕਿਲੋ ਸੋਨਾ ਜਾਂ 45 ਬਿਸਕਿਟ ਸੋਨੇ ਦੇ ਔਰ 13 ਸਿੱਕੇ ਸੋਨੇ ਦੇ, ਯਾਨੀ ਟੋਟਲ 12.5 ਕਿਲੋ ਸੋਨਾ, 3 ਕਿਲੋ ਚਾਂਦੀ, 3.5 ਲੱਖ ਰੁਪਏ ਕੈਸ਼, 4 ਆਈਫੋਨ ਜਾਂ 5 ਟੋਟਲ ਫੋਨ ਆਈਫੋਨ, ਜਿਹਦੇ ਵਿੱਚੋਂ ਪੈਕਡ 3 ਆਈਫੋਨ ਸੀਗੇ। ਉਸ ਤੋਂ ਬਾਅਦ ਉਹਨਾਂ ਦਾ ਵਿਜੀਲੈਂਸ ਡਿਪਾਰਟਮੈਂਟ ਦਾ ਇਹ ਵੀ ਕਹਿਣਾ ਸੀਗਾ ਕਿ ਅਸੀਂ ਉੱਥੇ ਗਏ ਸੀਗੇ, ਸੰਜੇ ਪੋਪਲੀ ਉਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਔਰ ਅਸੀਂ ਘਰ ਦੇ ਅੰਦਰ ਐਂਟਰ ਹੀ ਨਹੀਂ ਹੋਏ, ਬਾਹਰ ਤੋਂ ਹੀ ਸੰਜੇ ਪੋਪਲੀ ਉਹਨਾਂ ਦੀ ਨਿਸ਼ਾਨਦੇਹੀ ਤੇ ਉਹ ਰਿਕਵਰੀ ਸਾਰੀ ਕਰਕੇ ਅਸੀਂ 11 ਸੈਕਟਰ ਦੇ ਲੋਕਲ ਥਾਣੇ ਨੂੰ ਇਨਫੋਰਮ ਕਰਕੇ ਗਏ ਸੀ, ਉਹਨਾਂ ਦੇ ਵੀ EMPLOYE ਸਾਡੇ ਨਾਲ ਸੀ। ਫਿਰ ਅਸੀਂ ਵਾਪਸ 11 ਸੈਕਟਰ ਦੇ ਥਾਣੇ ਆਏ ਔਰ ਉੱਥੇ ਜਾ ਕੇ ਜਿਹੜੀ ਰਿਕਵਰੀ ਹੈ ਉਹਦੀ ਲਿਸਟ ਜਾਰੀ ਕੀਤੀ ਔਰ ਉਸ ਤੋਂ ਬਾਅਦ ਜਦ ਅਸੀਂ ਉੱਥੋਂ ਜਾਣ ਲੱਗੇ ਤੇ ਅਚਾਨਕ ਇਹ ਖਬਰ ਆਉਂਦੀ ਹੈ ਕਿ ਕਾਰਤਿਕ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਔਰ ਉਸ ਤੋਂ ਬਾਅਦ ਕਿਉਂਕਿ ਇਹ ਲੋਕਲ ਪੁਲਿਸ ਦਾ ਕੰਮ ਸੀਗਾ ਕਿ ਅੱਗੇ ਕੀ ਹੋਇਆ ਸਾਨੂੰ ਨਹੀਂ ਪਤਾ, ਲੇਕਿਨ ਅਸੀਂ ਉੱਥੋਂ ਆ ਚੁੱਕੇ ਸੀ, ਉਸ ਤੋਂ ਬਾਅਦ ਇਹ ਇਨਸੀਡੈਂਟ ਹੋਇਆ। ਯਾਨੀ ਇਹ ਗੱਲ ਤੇ ਸਾਬਿਤ ਵੀ ਹੋ ਸਕਦੀ ਹੈ ਕਿਉਂਕਿ ਸੰਜੇ ਪੋਪਲੀ ਉਹਨਾਂ ਆਪ ਮੌਜੂਦ ਸੀਗੇ ਵਿਜੀਲੈਂਸ ਦੀ ਟੀਮ ਦੇ ਨਾਲ। ਜੇ ਰਿਕਾਰਡ ਕੀਤੀ ਜਾਏ ਸੰਜੇ ਪੋਪਲੀ ਉਹਨਾਂ ਦੀ ਸਟੇਟਮੈਂਟ ਕਿ ਉਸ ਰਿਕਵਰੀ ਦੇ ਟਾਈਮ ਕੀ ਹੋਇਆ, ਤੇ ਸ਼ਾਇਦ ਉਹਨਾਂ ਦੀ ਜਿਹੜੀ ਮਾਤਾ ਕਲੇਮ ਕਰ ਰਹੀ ਹੈ ਔਰ ਸੰਜੇ ਪੋਪਲੀ ਉਹਨਾਂ ਦੇ ਬਿਆਨ ਇੱਕ ਦੂਜੇ ਨਾਲ ਮੈਚ ਨਾ ਕਰਦੇ ਹੋਣ ਤੇ ਕੁਛ ਨਾ ਕੁਛ ਇਨਵੈਸਟੀਗੇਸ਼ਨ ਨੂੰ ਇੱਕ ਸਿਰੇ ਤੱਕ ਲੈ ਕੇ ਜਾਇਆ ਜਾ ਸਕਦਾ ਹੈ। ਪਰ ਫਿਲਹਾਲ ਇਸ ਸਾਰੇ ਐਪੀਸੋਡ ਦੇ ਵਿੱਚ ਵਿਜੀਲੈਂਸ ਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਲੱਗਿਆ ਕਿ ਅਗਰ ਉੱਥੇ ਜਾ ਕੇ ਤੁਸੀਂ ਘਰਦਿਆਂ ਦੇ ਨਾਲ ਕਿਸੇ ਤਰੀਕੇ ਦੀ ਸਖਤੀ ਕੀਤੀ ਹੈ, ਜਿਸ ਸਖਤੀ ਨੂੰ ਉਹ ਬੱਚਾ ਝੇਲ ਨਹੀਂ ਪਾਇਆ ਤੇ ਉਹ ਇੱਕ ਡਿਪਰੈਸ ਹੋ ਕੇ ਸੁਸਾਈਡ ਵਰਗਾ ਇੱਕ ਸਟੈਪ ਲੈ ਲੈਂਦਾ ਹੈ, ਤੇ ਮੈਨੂੰ ਲੱਗਦਾ ਹੈ ਕਿ ਬਈ ਇਹ ਵਿਜੀਲੈਂਸ ਵਾਸਤੇ ਵੀ ਕੋਈ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਇੱਕ ਵਿਅਕਤੀ ਨੇ ਅਗਰ ਕੋਈ ਕ੍ਰਾਈਮ ਕੀਤਾ ਹੈ ਤੇ ਉਹਦੀ ਸਜ਼ਾ ਉਹਦੇ ਪੂਰੇ ਪਰਿਵਾਰ ਨੂੰ ਨਹੀਂ ਮਿਲਣੀ ਚਾਹੀਦੀ। ਪਰ ਅਕਸਰ ਇਹ ਦੇਖਿਆ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਜਾਂ ਕੋਈ ਵੀ ਪੁਲਿਸ ਦਾ ਮਹਿਕਮਾ ਜਦ ਕਿਸੇ ਦੇ ਘਰ ਰੇਡ ਪਾਉਣ ਜਾਂਦਾ ਹੈ ਤੇ ਉਹਦੇ ਵਿੱਚ ਪਰਿਵਾਰ ਦੇ ਨਾਲ ਵੀ ਕੁਝ ਸਖਤੀ ਕਰਦਾ ਹੈ। ਸਰਦਾਰ ਹਮੀਦ ਸਿੰਘ, ਇੱਕ ਆਮ ਹੀ ਪਹਿਲੂ ਅੱਜ ਕੱਲ੍ਹ ਰੱਖਿਆ ਜਾਂਦਾ ਕਿ ਜਦੋਂ ਤੁਸੀਂ ਕਿਧਰੇ ਰੇਡ ਲਈ ਜਾਂਦੇ ਹੋ ਜਾਂ ਤੁਸੀਂ ਮੰਨ ਲਓ ਰਿਕਵਰੀ ਲਈ ਗਏ ਹੋ ਤਾਂ ਉਹਦੀ ਵੀਡੀਓਗ੍ਰਾਫੀ ਅੱਜ ਕੱਲ੍ਹ ਆਮ ਵਰਤਾਰਾ ਹੈ। ਨੋ ਡਾਊਟ ਇਸ ਤਰ੍ਹਾਂ ਦਾ ਕੋਈ ਪੈਮਾਨਾ ਜ਼ਰੂਰ ਲਿਆ ਗਿਆ ਹੋਊਗਾ ਅੱਜ ਦੇ ਦੌਰ ਦੇ ਹਿਸਾਬ ਨਾਲ, ਇਹਦੇ ਤੇ ਇੱਕ ਟਿੱਪਣੀ ਦਿਓ। ਦੂਜੀ ਗੱਲ ਕਿ ਬੇਹੱਦ ਮਾੜਾ ਵਰਤਾਰਾ ਹੈ, ਪੁਲਸੀਆ ਧੌਂਸ ਅੱਜ ਦੇ ਜ਼ਮਾਨੇ 'ਚ ਨਹੀਂ ਹੋਣੀ ਚਾਹੀਦੀ ਜੇ ਹੋਈ ਆ, ਲੇਕਿਨ ਇੰਨੀ ਦੁਖਦਾਈ ਘਟਨਾ ਵਾਪਰ ਜਾਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਮੁਹਿੰਮ ਚਲਾ ਰਹੀ ਹੈ ਕਰਪਸ਼ਨ ਦੇ ਖਿਲਾਫ, ਇਹਨੂੰ ਤੁਸੀਂ ਵੱਟੇ ਖਾਤੇ ਪੈਂਦਾ ਵੀ ਵੇਖ ਰਹੇ ਹੋ। ਵਿਰੋਧੀ ਤਰ੍ਹਾਂ ਦਾ ਦਬਾਅ ਅਤ ਅਹਿਮ ਹੋ ਜਾਊਗਾ। ਸੈਸ਼ਨ ਚੱਲ ਰਿਹਾ, ਸੈਸ਼ਨ ਸਮੂਥ ਚੱਲੇ, ਮੈਨੂੰ ਨਹੀਂ ਲੱਗਦਾ ਕਿੰਨਾ ਕਰੌਲਾ ਪੈ ਸਕਦਾ। ਇਹ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਜਿਸ ਚੀਜ਼ ਨੂੰ ਅੱਗੇ ਲੈ ਕੇ, ਜਿਸ ਨੂੰ ਆਪਣੀ ਪ੍ਰਾਪਤੀ ਦੱਸ ਕੇ ਅੱਗੇ ਵੱਧ ਰਹੀ ਹੈ, ਉਹਨੂੰ ਬ੍ਰੇਕਾਂ ਲੱਗ ਸਕਦੀ ਹੈ। ਵਿਜੀਲੈਂਸ ਦੇ ਅਫਸਰਾਂ ਦੇ ਮਨ ਤੇ ਡੂੰਘਾ ਅਸਰ ਵੀ ਛੱਡ ਸਕਦੀ ਹੈ ਜਾਂ ਇੱਕ ਡਰ ਦਾ ਆਲਮ ਵੀ ਤਾਰੀ ਹੋ ਜਾਊਗਾ। ਇਹਨੂੰ ਕਿਵੇਂ ਸਾਰੀਆਂ ਚੀਜ਼ਾਂ ਨੂੰ ਜ਼ਬਾਨ ਦਿੰਦੇ? ਬਿਲਕੁਲ, ਬਹੁਤ ਮਾਮਲੇ ਇਹੋ ਜਿਹੇ ਹੁੰਦੇ ਨੇ ਜੇਕਰ ਤਰੀਕਾਕਾਰ ਠੀਕ ਨਾ ਹੋਵੇ, ਉਹਦੀ ਉਦੇਸ਼ ਚਾਹੇ ਬਹੁਤ ਚੰਗਾ ਵੀ ਹੋਵੇ ਤੇ ਕਈ ਵਾਰ ਉਹ ਜਿਹਨੂੰ ਆਪਾਂ ਐਂਡ ਐਂਡ ਮੀਨ ਕਹਿੰਦੇ ਆ ਕਿ ਉਹਨਾਂ ਦਾ ਤਾਲਮੇਲ, ਜੇ ਉਦੇਸ਼ ਵਧੀਆ ਤਾਂ ਉਹਦਾ ਤਰੀਕਾ ਵੀ ਵਧੀਆ ਹੋਣਾ ਚਾਹੀਦਾ, ਫੇਰ ਹੀ ਉਹ ਕਿਸੇ ਅੰਜਾਮ ਤੱਕ ਪਹੁੰਚਦਾ ਠੀਕ ਤਰੀਕੇ ਦੇ ਨਾਲ ਜਾ ਕੇ। ਔਰ ਨਾਰਮਲੀ ਸਾਡੇ ਜਿਹੜਾ ਸਮਾਜ ਦੇ ਵਿੱਚ ਟ੍ਰੈਂਡ ਇਹ ਹੈ ਜਿਵੇਂ ਸਰਕਾਰ ਬਿਹੇਵ ਕਰ ਰਹੀ ਹੈ। ਤੁਸੀਂ ਦੇਖੋ ਕਿ ਇਦੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਕਿੰਨਾ ਚਿਰ ਸਰਕਾਰ ਨਹੀਂ ਬੋਲੀ, ਬਿਲਕੁਲ ਖਾਮੋਸ਼ ਰਹੀ ਹੈ ਨਾ, ਬੜਾ ਲੇਟ ਜਾ ਕੇ ਪ੍ਰਤੀਕਰਮ ਦਿੱਤਾ ਜਿਹੜਾ ਉਸ ਪੱਧਰ ਤੇ, ਨਹੀਂ ਤਾਂ ਬਹੁਤ ਐਕਟਿਵਲੀ ਰੋਲ ਪਲੇ ਕਰਨਾ ਹੁੰਦਾ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ। ਔਰ ਇਸ ਲਈ ਆਲੋਚਨਾ ਵੀ ਹੋਈ ਸਰਕਾਰ ਦੀ ਕਿ ਉਹਨਾਂ ਨੇ ਇੱਕ ਚੰਗੇ ਕੰਮ ਨੂੰ ਆਪਦੇ ਆਪ ਕਿਹਾ, ਇਹ ਸੀ ਲੱਗਦਾ ਉਹ ਚੰਗਾ ਹੀ ਪਰਸੈਪਸ਼ਨ ਦੇਣਾ ਚਾਹੁੰਦੇ ਸੀ ਸਮਾਜ 'ਚ ਵੀ। ਦੇਖੋ ਅਸੀਂ ਇੰਨੀ ਸਿਕਿਉਰਿਟੀ ਵਾਪਸ ਲੈ ਲਈਏ, ਵਾਧੂ ਲਈ ਫਿਰਦੇ ਸੀ ਤਾਂ ਕਿ ਲੋਕ ਵਾਹ-ਵਾਹ ਵੀ ਕਰਨ ਇਸ ਮਾਮਲੇ ਦੇ ਵਿੱਚ ਕਿ ਦੇਖੋ ਜੀ ਹਾਂ
ਇਸ ਥਾਣਿਆਂ ਦੇ ਵਿੱਚ ਜਾਏਗੀ, ਇਹ ਸਮਾਜ ਦੇ ਵਿੱਚ ਪੁਲਿਸਿੰਗ ਹੋਏਗੀ, ਪਰ ਉਲਟੀ ਪੈ ਗਈ ਤੇ ਉਹ ਸਾਰੀ ਵਾਪਸ ਵੀ ਗਈ ਤੇ ਸਾਰੀਆਂ ਸ਼ਾਇਦ ਹੋਰ ਵੀ ਉਦੋਂ ਜ਼ਿਆਦਾ ਬੰਦੇ ਉਹਨਾਂ ਵੀਆਈਪੀ ਦੀ ਸਿਕਿਉਰਿਟੀ ਤੇ ਲਾਉਣੇ ਪੈ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸੇ ਢੰਗ ਨਾਲ ਜੇ ਆਪਾਂ ਪੁਰਾਣੀ ਗੱਲ ਯਾਦ ਰੱਖੀਏ, ਅੱਜ ਮੈਂ ਤਾਂ ਇਹ ਗੱਲ ਕਹਿ ਰਿਹਾ, 25 ਜੂਨ 1975 ਅੱਜ ਦੇ ਦਿਨ ਦੇਸ਼ 'ਚ ਐਮਰਜੈਂਸੀ ਲੱਗੀ ਸੀ। ਐਮਰਜੈਂਸੀ ਦੇ ਦੌਰਾਨ ਸੰਜੇ ਗਾਂਧੀ ਨੇ ਇੱਕ ਆਪਣਾ ਪ੍ਰੋਗਰਾਮ ਦਿੱਤਾ ਸੀ ਅਲੱਗ ਉਸ ਸਾਰੇ ਮਾਮਲੇ 'ਚ। ਉਹਦੇ 'ਚੋਂ ਬਾਅਦ ਦੇ ਵਿੱਚੋਂ ਫੋਲੋ ਹੋਇਆ ਚੰਗੀਆਂ ਗੱਲਾਂ ਅਸੀਂ ਦੇਖਣ ਨੂੰ, ਆਬਾਦੀ ਕੰਟਰੋਲ ਹੋਣੀ ਚਾਹੀਦੀ ਹੈ, ਸੀਮਤ ਠੀਕ ਰਹਿਣੀ ਚਾਹੀਦੀ ਹੈ, ਰੁੱਖ ਲਾਉਣੇ ਚਾਹੀਦੇ ਨੇ ਬਾਕੀ, ਪਰ ਜਿਹੜਾ ਉਹਨੇ ਤਰੀਕਾ ਅਪਣਾਇਆ ਉਸ ਤਰੀਕੇ ਨੇ ਬੇਹੱਦ ਨੁਕਸਾਨ ਕੀਤਾ। ਮਤਲਬ ਇਹਦਾ ਲੋਕ ਕਹਿੰਦੇ ਜਬਰੀ ਨਸਬੰਦੀ ਹੋ ਰਹੀ ਹੈ, ਲੋਕ ਡਰਨ ਲੱਗੇ, ਬਾਕੀ ਦੀਆਂ ਚੀਜ਼ਾਂ ਚੱਲ ਗਈਆਂ ਸੀ। ਉਹ ਠੀਕ ਪਾਸੇ ਜਾਂਦਾ ਜਾਂਦਾ ਚੰਗਾ ਕਈ ਵਾਰ ਕਾਜ ਵੀ ਉਹ ਉਲਟਾ ਕਰ ਦਿੰਦਾ ਹੈ ਜਦੋਂ ਤਰੀਕਾ ਉਹ ਹੁੰਦਾ। ਇਸੇ ਤਰ੍ਹਾਂ ਇਹ ਮਾਮਲੇ ਨੇ ਜਿਹੜੇ ਕਰਪਸ਼ਨ ਦੇ ਮਾਮਲੇ ਨੇ। ਔਰ ਮੈਨੂੰ ਇਹ ਵੀ ਲੱਗਦਾ ਇੱਕ ਨਾਲ ਜਦੋਂ ਪੁਲਿਸ ਜਾਂ ਵਿਜੀਲੈਂਸ ਜਾਂਚ ਕਰ ਰਹੀ ਹੈ ਤਾਂ ਆਏ ਦਿਨ ਮੀਡੀਆ ਟ੍ਰਾਇਲ ਕਿਉਂ ਹੁੰਦਾ, ਕਿੰਨਾ ਰਿਕਵਰ ਹੋ ਗਿਆ ਕੀ ਨਹੀਂ, ਤੁਸੀਂ ਅੰਦਰੂਨੀ ਵੀਡੀਓਗ੍ਰਾਫੀ ਕਰੋ, ਆਪਣਾ ਸਿਸਟਮ ਰੱਖੋ, ਕੋਰਟ ਦੇ ਸਾਹਮਣੇ ਪੇਸ਼ ਕਰੋ ਤੇ ਕੋਰਟ ਦੇ ਵਿੱਚ ਜਾ ਕੇ ਉਹਦਾ ਡਿਸਾਈਡ ਹੋਣਾ ਕਿ ਇਹ ਚੀਜ਼ਾਂ ਠੀਕ ਨੇ ਜਾਂ ਨਹੀਂ। ਉਦੋਂ ਬਾਅਦ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਕਾਇਦੇ ਨਾਲ। ਤਾਂ ਜੇ ਕਾਨੂੰਨ ਦੀ ਗੱਲ ਕਰਦੇ ਆਪਾਂ, ਕਾਨੂੰਨ ਦੀ ਨਜ਼ਰ 'ਚ ਜੇਕਰ ਆਪਾਂ ਇਹ ਸੋਚਦੇ ਹਾਂ ਕਿ ਬੰਦਾ ਉਦੋਂ ਤੱਕ ਨਿਰਦੋਸ਼ ਹੈ ਜਦ ਤੱਕ ਅਦਾਲਤ ਉਹਨੂੰ ਸਜ਼ਾ ਨਹੀਂ ਦੇ ਦਿੰਦੀ, ਅਸੀਂ ਇਹੀ ਮੰਨਦੇ ਹਾਂ, ਇਹੀ ਸਾਡਾ ਕਾਨੂੰਨ ਮੰਨਦਾ ਤੇ ਉਦੋਂ ਤਾਂ ਪਹਿਲਾਂ ਹੀ ਫਿਰ ਇਹ ਤਰੀਕਿਆਂ ਦੇ ਨਾਲ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਨਾ। ਸਰਦਾਰ ਹਮੀਰ ਸਿੰਘ, ਤੁਹਾਡੀ ਗੱਲ ਨੂੰ ਜੇ ਮੈਂ ਇੰਜ ਲੈ ਲਵਾਂ ਕਿ ਕਾਰਤਿਕ ਪੋਪਲੀ ਇਸ ਗੱਲ ਤੋਂ ਬੇਹੱਦ ਆਹਤ ਹੋ ਗਿਆ, ਜੇ ਵਿਜੀਲੈਂਸ ਦੇ ਦਾਅਵੇ ਨੂੰ ਮੰਨੀਏ ਕਿ ਘਰੋਂ ਰਿਕਵਰੀ ਹੋ ਗਈ ਔਰ ਉਸ ਰਿਕਵਰੀ ਨੇ ਘੰਟੇ 2 ਘੰਟੇ ਬਾਅਦ ਸਾਰੇ ਚੈਨਲਾਂ ਤੇ ਫਲੈਸ਼ ਹੋਣਾ ਸੀ, ਸੁਰਖੀ ਬਣਨਾ ਸੀ, ਤੇ ਉਹਨੂੰ ਲੱਗਿਆ ਕਿ ਇਹ ਹੁਣ ਜਿਹੜੀ ਇੱਜ਼ਤ ਆ, ਮਾਣ ਸਤਿਕਾਰ ਹੈ ਸੁਸਾਇਟੀ 'ਚ, ਇਹ ਵੀ ਇੱਕ ਪਹਿਲੂ ਹੋ ਸਕਦਾ। ਤੁਸੀਂ ਇਹ ਵੀ ਕਹਿ ਰਹੇ ਹੋ ਕਿ ਮੀਡੀਆ ਟ੍ਰਾਇਲ ਤੋਂ ਇੱਕ ਖੌਫ ਜਿਹੜਾ ਹੁੰਦਾ ਹੈ ਉਹਦੇ ਚਲਦਿਆਂ ਵੀ ਉਹ ਮਾਨਸਿਕ ਦਬਾਅ ਨਹੀਂ ਝੇਲ ਸਕਿਆ ਹੋਊਗਾ, ਇੱਕ ਪਹਿਲੂ ਇਹ ਵੀ ਹੋ ਸਕਦਾ। ਹਾਲਾਂਕਿ ਸਾਨੂੰ ਕੋਈ ਰਾਈਟ ਨਹੀਂ ਕਿ ਅਸੀਂ ਜਾਂਚ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੱਗੇ ਵਧਾਈਏ। ਜੀ ਨਹੀਂ, ਬਿਲਕੁਲ। ਜਦੋਂ ਆਪਾਂ ਆਪਸ਼ਨ ਦੇਖਦੇ ਹਾਂ ਕਿੰਨੀਆਂ ਹੀ ਹੁੰਦੀਆਂ ਨੇ, ਹੋ ਸਕਦਾ ਇਹ ਕਾਰਨ ਵੀ ਹੋਵੇ ਕਿਉਂਕਿ ਜਿਹੜਾ ਪਰਿਵਾਰ ਦਾ ਥੋੜਾ ਜਿਹਾ ਜ਼ਿਆਦਾ ਸੈਂਸਿਟਿਵ ਜੀ ਹੁੰਦਾ ਹੈ, ਸੰਵੇਦਨਸ਼ੀਲ ਜੀ ਹੁੰਦਾ ਹੈ, ਉਹਦੇ ਤੇ ਉਹ ਅਸਰ ਜ਼ਿਆਦਾ ਕਰਦੀ ਹੈ ਕਿਸੇ ਵੀ ਮਾਮਲੇ ਦੇ ਵਿੱਚ। ਘਟਨਾ, ਇੱਜ਼ਤ, ਬੇਇੱਜ਼ਤੀ, ਸਾਡਾ ਸਮਾਜ ਇਸ ਗੱਲ ਤੇ ਉੱਤੇ ਖੜਾ ਹੈ ਨਾ ਉਸੇ ਤਰੀਕੇ ਦੇ ਨਾਲ। ਉਹ ਤਾਂ ਉਹਨੇ ਐਕਸਪੋਜ਼ ਨਹੀਂ ਹੋਏ ਹੁੰਦੇ ਤੇ ਉਹ ਬੰਦਾ ਉਸ ਪਾਸੇ ਚਲਾ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਬਾਹਰ ਸ਼ਰਮ ਮਹਿਸੂਸ ਕਰਦਾ ਹੈ, ਉਹਦੀ ਇੱਜ਼ਤ ਜਿਵੇਂ ਸਾਰੀ ਚਲੀ ਗਈ, ਜਿਉਂ ਕੇ ਕੀ ਲੈਣਾ ਹੈ। ਇਹ ਨਾਰਮਲ ਆਪਾਂ ਘਟਨਾਵਾਂ ਦੇਖਦੇ ਹਾਂ ਔਰ ਆਮ ਵੀ, ਕੱਲੀ ਵਿਜੀਲੈਂਸ ਦਾ ਮਾਮਲਾ ਨਹੀਂ, ਬਾਕੀ ਵੀ ਨਹੀਂ। ਕਈਆਂ ਦੇ ਪੇਰੈਂਟਸ ਕਿਸੇ ਹੋਰ ਕਾਰਨ ਕਰਕੇ ਐਕਸਪੋਜ਼ ਹੋ ਜਾਂਦੇ ਨੇ ਤਾਂ ਬੱਚਿਆਂ ਤੇ ਜੋ ਅਸਰ ਪੈਂਦਾ, ਕਈ ਵਾਰ ਉਹ ਮਨੋਵਿਗਿਆਨਕ ਰੋਗੀ ਹੋ ਜਾਂਦੇ ਨੇ, ਕਈ ਵਾਰ ਉਹ ਸੁਸਾਈਡ ਕਰਨ ਦੀ ਟਰਾਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਇੱਕ ਪ੍ਰਧਾਨ ਜਿਹੜੇ ਹੁਣ ਫੌਤ ਹੋ ਚੁੱਕੇ ਆ, ਉਹਨਾਂ ਨਾਲ ਜੁੜੀ ਕਿਸੇ ਘਟਨਾ ਨੇ ਉਹਨਾਂ ਦੇ ਬੜੇ ਜਹੀਨ ਪੁੱਤਰ ਨੂੰ ਮੌਤ ਦੀ ਆਗੋਸ਼ ਵਿੱਚ ਖਿੱਚ ਲਿਆ। ਤੁਹਾਨੂੰ ਪਤਾ ਉਹਨਾਂ ਨੇ ਸੁਸਾਈਡ ਕਰ ਲਈ ਸੀ, ਚੱਠਾ ਪਰਿਵਾਰ ਨੇ। ਜੀ ਚੱਡਾ, ਉਹਨਾਂ ਨੇ ਕਿੰਨਾ ਵੱਡਾ ਸੁਸਾਈਡ ਨੋਟ ਵੀ ਲਿਖਿਆ ਸੀ। ਸੁਸਾਈਡ ਨੋਟ ਲਿਖ ਕੇ ਇਹੀ ਕਿ ਮੈਂ ਇਸ ਲੈਵਲ ਦੀ ਖੁਨਾਮੀ ਜਾਂ ਬਦਨਾਮੀ ਜਿਹੜੀਆਂ ਮੈਂ ਸਹਿਣ ਨਹੀਂ ਕਰ ਸਕਦਾ। ਤੁਸੀਂ ਦੇਖੋ ਕਿ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਪੱਧਰ ਦੇ ਉੱਤੇ ਆਉਂਦੀਆਂ ਨੇ। ਔਰ ਜਦੋਂ ਰਵੀ ਸਿੱਧੂ ਫੜਿਆ ਗਿਆ, ਕਰਪਸ਼ਨ ਚਾਰਜ ਉੱਤੇ ਸਾਬਤ ਵੀ ਹੋ ਗਏ, ਬਾਕੀ ਉਹਦੀ ਬੱਚੀ ਕਿਹੜੇ ਕਾਲਜ 'ਚ ਐਡਮਿਸ਼ਨ ਲਵੇ, ਕਿੱਥੇ ਜਾਵੇ, ਹਰ ਜਗ੍ਹਾ ਛੇੜਛਾੜ ਹੁੰਦੀ ਸੀ, ਹਰ ਜਗ੍ਹਾ ਲੋਕ ਉਹਨੂੰ ਤੰਗ ਕਰਦੇ ਸੀ ਕਿ ਤੇਰਾ ਬਾਪ ਚੋਰ ਹੈ ਜਾਂ ਫਲਾਣਾ। ਇਹ ਚੀਜ਼ਾਂ ਬਾਹਰ ਆਉਂਦੀਆਂ ਰਹੀਆਂ, ਖਬਰਾਂ ਕਿੰਨੀਆਂ ਛਪੀਆਂ ਨੇ ਜਦੋਂ ਉਸ ਪੱਧਰ ਦੇ ਉੱਤੇ। ਇਸ ਲਈ ਜਿਹੜਾ ਕੋਈ ਗਲਤ ਗੱਲ ਵੀ ਹੈ ਕਿਸੇ ਵੀ ਅਫਸਰ ਦੀ, ਕਿਸੇ ਪੋਲੀਟੀਸ਼ੀਅਨ ਦੀ, ਕਿਸੇ ਜਦੋਂ ਫਸ ਜਾਂਦਾ ਹੈ ਤਾਂ ਬੱਚਿਆਂ ਤੇ ਅਸਰ ਪੈਣਾ ਸੁਭਾਵਿਕ ਹੈ, ਉਸ ਪੱਧਰ ਦਾ ਅਸਰ ਜਦੋਂ। ਪਰ ਜੇ ਉਦੋਂ ਜਦੋਂ ਸਜ਼ਾ ਹੋਣ ਤੋਂ ਬਾਅਦ ਤਾਂ ਫਿਰ ਕੋਈ ਗੱਲ ਰੋਕੀ ਨਹੀਂ ਜਾ ਸਕਦੀ। ਉਹ ਤਾਂ ਸਾਰਿਆਂ ਨੇ ਦੀ ਜ਼ਿੰਮੇਵਾਰੀ, ਸਜ਼ਾ ਤਾਂ ਹੋਣੀ ਹੈ। ਉਦੋਂ ਇੱਜ਼ਤ ਦਾ ਕੀ ਬਣਦਾ ਕੀ ਨਹੀਂ, ਉਹ ਅਲੱਗ ਪਹਿਲੂ ਹੈ। ਸਜ਼ਾ ਹੋਣ ਤੋਂ ਪਹਿਲਾਂ ਹੀ ਜਿਹੜਾ ਮੀਡੀਆ ਟ੍ਰਾਇਲ ਹੈ, ਜਿਹੜਾ ਇਹ ਮਹਿਸੂਸ ਕਰਾ ਦਿੰਦਾ ਕਿਸੇ ਬੱਚਿਆਂ ਨੂੰ ਜਾਂ ਬੰਦਿਆਂ ਨੂੰ ਕਿ ਸਾਡੀ ਇੱਜ਼ਤ ਸਮਾਜ ਚੋਂ ਚਲੀ ਗਈ ਹੈ, ਇਹਦਾ ਕੋਈ ਤਰੀਕਾ ਸੋਚਣ ਦਾ ਸਵਾਲ ਹੈ। ਜਿਵੇਂ ਤੁਸੀਂ ਕੈਨੇਡੀਅਨ, ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰਦੇ ਸੀ, ਕਨਿਸ਼ਕ ਕਾਂਡ ਦੇ ਵਿੱਚ ਕਿੰਨੇ ਬੰਦੇ ਮਰੇ ਤੇ ਉਹਨਾਂ ਨੇ ਰਪਦਮਨ ਸਿੰਘ ਤੋਂ ਲੈ ਕੇ ਕਿੰਨੇ ਸਾਲ, 19 ਸਾਲ ਲਾਏ ਜਾਂਚ ਕਰਨ ਦੇ ਲਈ ਕਿ ਜਿੰਨਾ ਚਿਰ ਤੱਥ ਲਿਆ ਕੇ ਆਏ ਸਾਹਮਣੇ ਨਹੀਂ ਰੱਖਦੇ ਕਿ ਆਹ ਪਏ ਨੇ ਤੇਰਾ ਇਹਦੇ ਚ ਰੋਲ ਹੈ, ਉਦੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਉਸ ਪੱਧਰ ਦੇ ਉੱਤੇ। ਮਤਲਬ ਇਹ ਜਿਹੜੀਆਂ ਇੱਕ ਚੀਜ਼ਾਂ ਨੇ ਜਿਹੜੀਆਂ ਮਨੁੱਖੀ ਮਨ ਨੂੰ ਸਮਝਦੀਆਂ, ਮਨੋਵਿਗਿਆਨ ਨੂੰ ਸਮਝ ਕੇ ਤਕਨੀਕਾਂ ਵਿਕਸਿਤ ਕਰਨ ਦਾ ਸਵਾਲ ਹੈ, ਜਾਂਚ ਟੀਮਾਂ ਵਿਕਸਿਤ ਕਰਨ ਦਾ ਸਵਾਲ ਹੈ। ਪਰ ਸਰਦਾਰ ਹਮੀਰ ਸਿੰਘ, ਉਦੋਂ ਸਮਾਜ ਵੀ ਤੇ ਤੁਹਾਨੂੰ ਉਸ ਪੱਧਰ ਤੱਕ ਪਹਿਲਾਂ ਖਿੱਚ ਕੇ ਲੈ ਕੇ ਜਾਣਾ ਪਊਗਾ ਨਾ, ਵੀ ਸਾਡੇ ਜਿਸ ਪੱਧਰ ਤੱਕ ਕਰਪਸ਼ਨ ਚਲੇਗੀ
ਹੁਣ ਸਰਕਾਰ ਦਰ ਸਰਕਾਰ ਇਹਦੀਆਂ ਇੰਨੀਆਂ ਲੇਅਰਸ ਨੇ, ਇੰਨੀਆਂ ਪਰਤਾਂ ਨੇ ਵੀ ਕੋਈ ਸਰਕਾਰ ਤੇ ਯਕੀਨ, ਕੋਈ ਕ੍ਰੈਡੀਬਿਲਿਟੀ ਨਹੀਂ ਕਿਸੇ ਗਵਰਨਮੈਂਟ ਦੀ ਬਚੀ। ਜਿਹੜੀ ਇਹ ਮੁਹਿੰਮ ਆ ਕਰਪਸ਼ਨ ਦੇ ਖਿਲਾਫ, ਲੰਘੇ ਵਕਤਾਂ ਦੇ ਵਿੱਚ ਜੋ ਕੁਝ ਗਲਤ ਹੋਇਆ ਉਹਦੀਆਂ ਪਰਤਾਂ ਵੀ ਤਾਂ ਫਰੋਲੀਆਂ ਜਾਣੀਆਂ ਚਾਹੀਦੀਆਂ। ਇੱਕ ਵਾਰੀ ਕਹਿੰਦੇ ਹਮੇਸ਼ਾ ਅੱਤ ਹੋਣ ਤੋਂ ਬਾਅਦ ਚੀਜ਼ਾਂ ਸੈਟਲ ਹੁੰਦੀਆਂ। ਸਾਨੂੰ ਬਹੁਤ ਹਮਦਰਦੀ ਆ ਉਸ ਬੱਚੇ ਦੇ ਜਾਣ ਤੋਂ ਬਾਅਦ। ਸ਼ਾਇਦ ਪੋਪਲੀ ਦਾ ਆਪਣੇ ਆਪ ਤੋਂ ਵੀ ਵਿਸ਼ਵਾਸ ਉੱਠ ਗਿਆ ਹੋਊਗਾ, ਬਹੁਤ ਤਕਲੀਫ ਹੋ ਰਹੀ ਹੋਊਗੀ ਉਸ ਵਿਅਕਤੀ ਨੂੰ ਜਿਹੜਾ ਹੁਣ ਤੱਕ ਜਿਹੜੀ ਉਹਨਾਂ ਦੀ ਅੱਜ ਜਿਹੜੀ ਕੋਰਟ 'ਚ ਪੇਸ਼ੀ ਸੀ, ਅਸੀਂ ਉਸ ਤੋਂ ਪਹਿਲਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ। ਲੇਕਿਨ ਭਾਸਕਰ ਸਾਹਿਬ, ਆਖਰੀ ਇਹਦੇ ਤੇ ਆਪਾਂ ਗੱਲ ਕਰਾਂਗੇ ਕਿ ਇਸ ਤੋਂ ਬਾਅਦ ਵਿਜੀਲੈਂਸ ਦੀ ਕਰਪਸ਼ਨ ਦੇ ਖਿਲਾਫ ਮੁਹਿੰਮ ਮੱਠੀ ਪੈ ਜਾਊਗੀ, ਖੁੰਡੀ ਹੋ ਜਾਊਗੀ, ਜਾਂ ਉਹਨਾਂ ਦੇ ਅੰਦਰ ਵੀ ਸਹਿਜ ਨਾਲ, ਸੰਜਮ ਨਾਲ ਚੱਲਣ ਦੀ ਇੱਕ ਪ੍ਰਵਿਰਤੀ ਤੁਹਾਨੂੰ ਲੱਗਦਾ ਆਉਂਦੇ ਦਿਨਾਂ 'ਚ ਇਹਨੂੰ ਆਪਾਂ ਖਤਮ ਹੁੰਦੀ ਵੇਖ ਰਹੇ ਹਾਂ ਇਸ ਤੋਂ ਬਾਅਦ, ਇਸ ਇਨਸੀਡੈਂਟ ਤੋਂ ਬਾਅਦ? ਮੈਨੂੰ ਲੱਗਦਾ ਨਹੀਂ ਕਿ ਵਿਜੀਲੈਂਸ ਡਿਪਾਰਟਮੈਂਟ ਖਾਸ ਕਰਕੇ ਕਰਪਸ਼ਨ ਦੇ ਖਿਲਾਫ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਜਾਂ ਛੇੜੀ ਹੈ, ਉਹਦੇ ਉੱਤੇ ਕੋਈ ਪਿਛਾਂਹ ਹਟਣ ਦੀ ਕੋਈ ਉਮੀਦ ਹੈਗੀ ਹੈ। ਕਾਰਨ ਕਿ ਜਿਹੜੇ ਮੰਤਰੀ ਕੁਲਦੀਪ ਧਾਲੀਵਾਲ ਉਹਨਾਂ ਨੇ, ਜਾਂ ਫਿਰ ਮਾਲਵਿੰਦਰ ਕੰਗ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ, ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਸਾਨੂੰ ਬਹੁਤ ਦੁੱਖ ਹੈ ਕਾਰਤਿਕ ਦੀ ਸੁਸਾਈਡ ਕਰਨ ਤੋਂ ਬਾਅਦ ਜਾਂ ਉਹਦੇ ਜਾਣ ਤੋਂ ਬਾਅਦ, ਪਰ ਫਿਰ ਵੀ ਕਰਪਸ਼ਨ ਦੇ ਅਗੇਂਸਟ ਸਾਡੀ ਜ਼ੀਰੋ ਟੋਲਰੈਂਸ ਦੀ ਨੀਤੀ ਉਹ ਉੱਦਾਂ ਦੀ ਉੱਦਾਂ ਰਹੇਗੀ। ਸਵਾਲ ਤੇ ਹੁਣ ਬਹੁਤ ਸਾਰੇ ਖੜੇ ਹੋ ਗਏ ਨੇ ਕਿ ਅਗਰ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਵੀ ਹਿਊਮਨ ਬੀਇੰਗ ਹੀ ਹੁੰਦੇ ਨੇ, ਜੇ ਕਿਸੇ ਬੱਚੇ ਦੀ, ਜਵਾਨ ਬੱਚੇ ਦੀ ਵਿਜੀਲੈਂਸ ਦੀ ਗਲਤੀ ਕਰਕੇ, ਜਿੱਦਾਂ ਆਪਾਂ ਸਖਤੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਘਰ ਜਾ ਕੇ ਕੋਈ ਸਖਤੀ ਕੀਤੀ ਹੋਏ ਜਿਹਦੇ ਕਰਕੇ ਉਸ ਸਖਤੀ ਨੂੰ, ਉਸ ਬੇਇੱਜ਼ਤੀ ਨੂੰ ਉਹ ਬੱਚਾ ਸਹਿਣ ਨਾ ਕਰ ਪਾਇਆ ਹੋਏ ਔਰ ਉਹਨੇ ਇਸ ਤਰ੍ਹਾਂ ਦਾ ਕੋਈ ਐਕਸਟ੍ਰੀਮ ਸਟੈਪ ਲੈ ਲਿਆ ਹੋਏ, ਤੇ ਹਰ ਵਿਅਕਤੀ ਨੂੰ ਦੁੱਖ ਹੁੰਦਾ ਹੈ। ਔਰ ਉਸ ਦੁੱਖ ਦੇ ਵਿੱਚ ਜਦ ਐਲੀਗੇਸ਼ਨ ਲੱਗਣੇ ਸ਼ੁਰੂ ਹੁੰਦੇ ਆ, ਕਿਉਂਕਿ ਐਲੀਗੇਸ਼ਨ ਤੇ ਜਿਹੜਾ ਮ੍ਰਿਤਕ ਹੈ ਉਹਦੀ ਮਾਤਾ ਨੇ ਲਾਣੇ ਸ਼ੁਰੂ ਕਰ ਹੀ ਦਿੱਤੇ ਨੇ, ਔਰ ਉਹਨਾਂ ਐਲੀਗੇਸ਼ਨਸ ਦੇ ਵਿੱਚ ਕਿੰਨਾ ਦਮ ਹੈ ਔਰ ਉਹਨਾਂ ਐਲੀਗੇਸ਼ਨਸ ਨੂੰ ਕਿੱਦਾਂ ਵਿਜੀਲੈਂਸ ਡਿਪਾਰਟਮੈਂਟ ਸਬੂਤ ਦੇ ਕੇ ਕਾਊਂਟਰ ਕਰਦੇ ਨੇ, ਇਹਦੇ ਉੱਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਹੈ। ਕਾਰਨ ਕਿ ਉਹ ਐਲੀਗੇਸ਼ਨ ਅਗਰ ਝੂਠੇ ਪਾਏ ਜਾਂਦੇ ਨੇ ਤੇ ਫਿਰ ਪਰਿਵਾਰ ਵਾਸਤੇ ਮੁਸ਼ਕਿਲਾਂ ਵੱਧ ਸਕਦੀ ਹੈ, ਔਰ ਅਗਰ ਉਹ ਐਲੀਗੇਸ਼ਨਸ ਸੱਚੇ ਪਾਏ ਜਾਂਦੇ ਹੈ ਤੇ ਫਿਰ ਵਿਜੀਲੈਂਸ ਡਿਪਾਰਟਮੈਂਟ ਦੀ ਵੀ ਮੁਸ਼ਕਿਲਾਂ ਬਹੁਤ ਵੱਧ ਸਕਦੀ ਹੈ। ਤੇ ਇਸ ਮੁੱਦੇ ਦੇ ਉੱਤੇ ਫਿਲਹਾਲ ਤੇ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਇੱਕ ਜਵਾਨ ਬੱਚੇ ਦਾ ਇਸ ਤਰ੍ਹਾਂ ਦਾ ਸਟੈਪ ਚੱਕਣਾ ਜਾਂ ਆਪਣੀ ਜਾਨ ਖੁਦ ਲੈਣਾ ਜਾਂ ਉਹਨੂੰ ਕਿਸੇ ਨੇ ਮਾਰਿਆ ਹੋਏ, ਇਹ ਦੋਨੋਂ ਹੀ ਗੱਲਾਂ ਦੀ ਅਸੀਂ ਜਿੰਨੀ ਨਿੰਦਾ ਕਰੀਏ ਉਹ ਆਪਣੇ ਆਪ ਵਿੱਚ ਘੱਟ ਹੈਗੀ ਹੈ। ਪਰ ਇਸ ਤੋਂ ਬਾਅਦ ਵਿਜੀਲੈਂਸ ਦੀ ਪ੍ਰੋਬ ਜਾਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਹੋਈਆਂ ਕਰਪਸ਼ਨ ਜਾਂ ਕਰਪਟ ਲੋਕਾਂ ਦੇ ਖਿਲਾਫ ਮੁਹਿੰਮ ਹਲਕੀ ਹੋ ਜਾਏਗੀ, ਅਜੇ ਇਸ ਤਰ੍ਹਾਂ ਦੀ ਉਮੀਦ ਘੱਟ ਲੱਗਦੀ। ਇੰਜ ਹੋਣੀ ਵੀ ਨਹੀਂ ਚਾਹੀਦੀ। ਉਂਝ ਵੈਸੇ ਜਿਹੜੇ ਦਾਅਵੇ ਨੇ ਉਸ ਬੱਚੇ ਦੀ ਮਾਤਾ ਨੇ ਵੱਖਰੀ ਤਰ੍ਹਾਂ ਦੇ ਕੀਤੇ ਆ, ਦੋਸ਼ ਲਾਏ ਨੇ। ਵਿਜੀਲੈਂਸ ਨੇ ਆਪਣੀ ਪ੍ਰੈਸ ਕਾਨਫਰੰਸ ਚੀਜ਼ਾਂ ਸਪਸ਼ਟ ਕਰਤੀਆਂ। ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਆਖਰ ਵਿਜੀਲੈਂਸ ਦੀ ਟੀਮ ਉਸ ਮੌਕੇ ਤੇ ਮੌਜੂਦ ਸੀ। ਉਹ ਕਹਿ ਰਹੇ ਕਿ ਅਸੀਂ ਜਾ ਚੁੱਕੇ ਸੀ, ਔਰ ਬੱਚੇ ਦੀ ਮਾਂ ਨੇ ਕਿਹਾ ਕਿ ਮੈਂ ਅੱਖੀਂ ਦੇਖਿਆ ਪਿਸਤੌਲ ਤਾਣੀ ਹੋਈ ਸੀ। ਇਹ ਦੋ ਪਹਿਲੂ ਨੇ, ਇਹਨਾਂ ਦੋਨਾਂ ਦੇ ਉੱਤੇ ਗੱਲ ਅੱਗੇ ਵਧੇਗੀ। ਮੈਂ ਹੁਣ, ਕਿਉਂਕਿ ਮੈਂ ਮਾਫੀ ਮੰਗ ਲੈਣਾ ਇਸ ਗੱਲ ਦੀ ਕਿ ਜੇ ਕਿਸੇ ਨੂੰ ਸਾਡੇ ਕਿਸੇ ਲਫ਼ਜ਼ ਨਾਲ ਠੇਸ ਪਹੁੰਚੀ ਹੋਵੇ, ਬਹੁਤ ਸੈਂਸਿਟਿਵ ਮਾਮਲੇ ਆ, ਲਫ਼ਜ਼ਾਂ ਦੀ ਚੋਣ ਬੜੀ ਔਖੀ ਹੋ ਜਾਂਦੀ ਆ। ਸਰਦਾਰ ਹਮੀਤ ਸਿੰਘ, ਆਪਾਂ ਪੰਜਾਬ ਵਿਧਾਨ ਸਭਾ ਵੱਲ ਚੱਲਦੇ ਹਾਂ। ਪੰਜਾਬ ਵਿਧਾਨ ਸਭਾ ਦੇ ਵਿੱਚ ਦੋ ਅਤ ਅਹਿਮ ਘਟਨਾਵਾਂ ਵਾਪਰ ਰਹੀਆਂ ਸੀ। ਇੱਕ ਤਾਂ ਕੁੰਵਰ ਵਿਜੇ ਪ੍ਰਤਾਪ, ਸਾਬਕਾ ਆਈਜੀ ਪੰਜਾਬ ਪੁਲਿਸ, ਉਹ ਐਮਐਲਏ ਵਜੋਂ ਪਹਿਲੀ ਵਾਰੀ ਉੱਥੇ ਇੱਕ ਸਵਾਲ ਦਾ ਜਵਾਬ ਮੰਗ ਰਹੇ ਸੀਗੇ ਔਰ ਉਹਨਾਂ ਨੇ ਇੱਕ ਸਪਲੀਮੈਂਟਰੀ ਸਵਾਲ ਵੀ ਕੀਤਾ ਨਾਲ। ਮੈਂ ਉਹਦੇ ਸੰਬੰਧੀ ਜਾਣਕਾਰੀ ਲੈਣੀ ਆ। ਤੇ ਦੂਜੀ ਬਹਿਸ ਉਹਨਾਂ ਲੋਕਾਂ 'ਚ ਜਿਹੜੀ ਮਾਈਨਿੰਗ ਤੇ ਹੋ ਰਹੀ ਸੀ, ਔਰ ਮਾਈਨਿੰਗ ਤੇ ਬਹਿਸ ਵੀ ਦਿਲਚਸਪ ਦੌਰ 'ਚ ਗਈ। ਸਭ ਤੋਂ ਪਹਿਲਾਂ ਮੈਨੂੰ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਨਜ਼ਰੀਆ ਸੀ ਉਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਲੱਗਦਾ ਉਹ ਡਿਸਕਸ਼ਨ ਹੋਣੀ ਬਣਦੀ ਹੈ। ਬਿਲਕੁਲ, ਜਿਹੜਾ ਸਵਾਲ ਹੈ, ਔਰ ਕੁੰਵਰ ਵਿਜੇ ਪ੍ਰਤਾਪ ਆਪ ਰੂਲਿੰਗ ਪਾਰਟੀ ਦੇ ਐਮਐਲਏ ਨੇ। ਜਦੋਂ ਸਰਕਟ ਹਾਊਸ ਦੀ ਇੱਕ ਕਹਾਣੀ ਉਹਨਾਂ ਨੇ ਸਵਾਲ ਲਾਇਆ ਹੋਇਆ ਸੀ ਸਰਕਟ ਹਾਊਸ ਦੇ ਬਾਰੇ 'ਚ, ਕਿ ਕਿਸ ਤਰੀਕੇ ਦੇ ਨਾਲ ਉਹ ਸਰਕਾਰ ਤੋਂ ਪ੍ਰਾਈਵੇਟ ਹੋ ਜਾਂਦਾ ਹੈ, ਪ੍ਰਾਈਵੇਟ ਫਿਰ ਸਰਕਾਰ ਦਾ ਹਿੱਸਾ ਬਣ ਜਾਂਦਾ ਹੈ। ਤੇ ਉਹ ਜਿਹੜਾ ਵੀ ਇੱਕ ਦੌਰ ਚੱਲਦਾ ਹੈ ਸਾਡੇ ਬਣੇ ਮਿਲਿਆ, ਉਹਦੇ ਵਿੱਚੋਂ ਇਸੇ ਲਈ ਇੱਕ ਉਹਦੇ ਚੋਂ ਬਹੁਤ ਵੱਡੀ ਗੱਲ ਨਿਕਲਦੀ ਹੈ ਕਿ ਜਿਹੜੇ ਪਬਲਿਕ ਅਸੈਟਸ ਨੇ, ਪਬਲਿਕ ਦੇ ਸਾਧਨ ਨੇ, ਸਰਕਾਰ ਲੋਕਾਂ ਦੇ ਟੈਕਸਾਂ ਰਾਹੀਂ ਬਣੀਆਂ ਹੋਈਆਂ ਇਮਾਰਤਾਂ ਹੋਣ ਜਾਂ ਵੱਖ-ਵੱਖ ਟਾਈਪ ਦੀਆਂ ਹੋਰ ਕੋਈ ਚੀਜ਼ਾਂ ਹੋਣ, ਉਹਨਾਂ ਨੂੰ ਕਈ ਵਾਰ ਉਹਦੇ ਚੋਂ ਆਉਂਦਾ ਕਿ ਪਰਸਨਲ ਮਕਸਦ ਦੇ ਲਈ, ਉਹਦੇ ਚੋਂ ਪਰਸਨਲ ਮੁਨਾਫੇ ਲਈ ਕਿਸ ਤਰੀਕੇ ਦੇ ਨਾਲ ਵਰਤੀਆਂ ਹੋ ਸਕਦੀਆਂ ਨੇ। ਜੇ ਉਹਨਾਂ ਦੀ ਜਾਂਚ ਹੋਵੇ, ਜਿਹੜੀਆਂ ਸਾਰੀਆਂ ਚੀਜ਼ਾਂ
ਖੁੱਲ ਕੇ ਜੇਕਰ ਨਜ਼ਰ ਉਸ ਪੱਧਰ ਦੇ ਉੱਤੇ ਆਉਂਦੀਆਂ ਨੇ ਜਿਸ ਪੱਧਰ ਦੇ ਉੱਤੇ ਆਉਂਦੀਆਂ ਨੇ। ਔਰ ਬੜਾ ਸੰਗੀਨ ਮਾਮਲਾ ਮੇਰਾ ਖਿਆਲ ਹੈ ਸਰਕਟ ਹਾਊਸ ਇੱਕ ਬਹੁਤ ਵੱਡੀਆਂ ਮੰਨੀਆਂ ਚੀਜ਼ਾਂ ਸੀ। ਇਦੋਂ ਪਹਿਲਾਂ ਹੁੰਦਾ ਸੀ ਕਿ ਚੀਫ ਮਿਨਿਸਟਰ ਨੇ ਜਾਣਾ ਹੈ, ਜਿਹਨੇ ਵੀ ਜਾਣਾ ਹੈ, ਮੰਤਰੀ ਨੇ ਜਾਣਾ, ਉਹ ਸਰਕਟ ਹਾਊਸ ਰੁਕਦੇ ਹੁੰਦੇ ਸੀ। ਅੱਜ ਕੱਲ ਤਾਂ ਹੋਟਲਾਂ 'ਚ ਰੁਕਦੇ ਨੇ, ਸਰਕਟ ਹਾਊਸਾਂ ਦੀਆਂ ਮੁਰੰਮਤਾਂ ਵੀ ਨਹੀਂ ਹੋ ਰਹੀਆਂ ਕਿਤੇ। ਔਰ ਜਦੋਂ ਕੋਈ ਸਵਾਲ ਆਉਂਦਾ ਹੈ ਵਿਧਾਨ ਸਭਾ 'ਚ, ਉਦੋਂ ਪਤਾ ਲੱਗਦਾ ਕਿੰਨੇ ਕਿੰਨੇ ਸਾਲ ਹੋ ਗਏ ਲਿਓੜ ਲੈ ਰਹੇ ਨੇ ਕੰਧਾਂ ਨਾਲੋਂ, ਕਿਉਂਕਿ ਮੇਨ ਬੰਦੇ ਉੱਥੇ ਰਹਿਣਾ ਹੀ ਛੱਡ ਗਏ। ਅਸਲ ਦੇ ਵਿੱਚ ਹਰ ਸਰਕਟ ਹਾਊਸ 'ਚ ਸੀਐਮ ਦਾ ਵੀ ਇੱਕ ਹੁੰਦਾ ਸੀ, ਇੱਕ ਸੂਟ ਜਿਹੜਾ ਕਹਿੰਦੇ ਸੀ ਸੀਐਮ ਸੂਟ ਹੈ, ਬਾਕੀ ਦੇ ਲੋਕ ਰਹਿੰਦੇ ਨੇ। ਤੇ ਹੁਣ ਉੱਥੇ ਮੈਨੂੰ ਲੱਗਦਾ ਥੋੜੇ ਥੋੜੇ ਘੱਟ ਪੈਸੇ ਦੇ ਕੇ ਰਹਿਣ ਵਾਲੇ ਪੱਤਰਕਾਰ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਥੋੜਾ ਕੰਸੈਸ਼ਨਲ ਰੇਟ ਹੈ। ਜੇ ਕੋਈ ਬਾਹਰੋਂ ਜਾਂਦਾ ਜਾਂ ਕੋਈ ਹੋਰ ਰਹਿ ਗਏ ਨੇ, ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਵੀ ਘਟਾਤੀ ਹੈ। ਜਦੋਂ ਵਰਤੋਂ ਘਟ ਜਾਂਦੀ ਹੈ, ਤੁਸੀਂ ਫਿਰ ਉਹਦਾ ਯੂਜ਼ ਇਸ ਤਰੀਕੇ ਨਾਲ ਕਰਦੇ ਹੋ ਵੀ ਇਹਦੇ ਤੋਂ ਕੀ ਲੈਣਾ, ਆਪਾਂ ਇਹਨੂੰ ਛੱਡੋ ਪਰਾਂ, ਇਹਨੂੰ ਵੇਚ ਦਿਓ, ਇਹਦੇ ਤੋਂ ਵੇਚ ਕੇ ਹੋਰ ਪੈਸੇ ਆ ਜਾਣਗੇ, ਹੋਰ ਪੈਸੇ ਕਿੱਥੇ ਖਰਚਣੇ ਨੇ, ਉਹ ਚੋਂ ਪਰਸਨਲ ਕਿੱਥੇ ਆਉਣਗੇ। ਇਹਨਾਂ ਗੱਲਾਂ ਦੀ ਮੈਨੂੰ ਲੱਗਦਾ ਮੁਕੰਮਲ ਜਾਂਚ ਦੀ ਲੋੜ ਹੈ। ਕਿਸੇ ਇੱਕ ਦੀ ਜਿਵੇਂ ਕਿੰਨੇ ਨਹਿਰੀ ਰੈਸਟ ਹਾਊਸ ਸੀ, ਉਹਨਾਂ ਦਾ ਕੀ ਬਣਿਆ, ਕਿੰਨੇ ਇਹ ਸਰਕਟ ਹਾਊਸ ਨੇ ਸਾਡੇ, ਉਹਨਾਂ ਦਾ ਕੀ ਬਣਿਆ। ਈਵਨ ਪੰਜਾਬ ਭਵਨ ਦਿੱਲੀ ਤੋਂ ਲੈ ਕੇ ਇੱਥੇ ਤੱਕ ਦੇ ਕਈ ਵਾਰ ਸਵਾਲ ਲੱਗਦੇ ਨੇ। ਇਹ ਬਹੁਤ ਇੰਪੋਰਟੈਂਟ ਚੀਜ਼ ਸੀਗੀ, ਕਿਉਂਕਿ ਉਹਨਾਂ ਦਾ ਇੱਕ ਆਪਣਾ ਜਿਹੜਾ ਜਾਂਚ ਏਜੰਸੀਆਂ ਸ਼ਾਮਲ ਰਹੇ ਬਾਰ-ਬਾਰ, ਉਹ ਆਫੀਸਰ ਵੀ ਸੀ ਤੇ ਐਮਐਲਏ ਵੀ, ਜਦੋਂ ਉਹ ਸਵਾਲ ਇਹਨੂੰ ਉਠਾਉਂਦਾ ਹੈ ਇਸ ਪੱਧਰ ਦੇ ਉੱਤੇ। ਔਰ ਜਿਹੜੀ ਮੈਂ ਆਪਾਂ ਇੱਕ ਵਾਰੀ ਭਾਸਕਰ ਸਾਹਿਬ ਨੂੰ ਸ਼ਾਮਲ ਕਰ ਲਈਏ, ਮਾਈਨਿੰਗ ਤੇ ਆ ਜੰਨੇ ਆ। ਇਹ ਸਵਾਲ ਕਾਫੀ ਅਹਿਮ ਆ ਭਾਸਕਰ ਸਾਹਿਬ। ਜਦੋਂ ਕੁੰਵਰ ਵਿਜੇ ਪ੍ਰਤਾਪ ਸਵਾਲ ਕਰ ਰਿਹਾ ਤਾਂ ਉਹਨਾਂ ਦੇ ਮੰਤਰੀ ਦਾ ਜਿਹੜਾ ਜਵਾਬ ਸੀਗਾ ਉਹਦੇ ਤੋਂ ਸੈਟੀਸਫਾਈ ਨਹੀਂ ਸੀ। ਉਹ ਕਹਿੰਦੇ ਸਾਡੀ ਜਾਣਕਾਰੀ 'ਚ ਹੈ ਨਹੀਂ। ਉਹ ਕਹਿੰਦੇ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਦੀ ਜਾਂਚ ਕਰਾਓ, ਫਿਰ ਜੇ ਤੁਹਾਡੀ ਜਾਣਕਾਰੀ 'ਚ ਹੈ ਨਹੀਂ। ਇਹ ਵੀ ਇੱਕ ਦਿਲਚਸਪ ਗੱਲ ਆ ਕਿ ਸਰਕਾਰ ਦਾ ਅਹਿਮ ਹਿੱਸਾ ਕੁੰਵਰ ਵਿਜੇ ਪ੍ਰਤਾਪ ਸਵਾਲ ਕਰ ਰਿਹਾ ਤੇ ਉਹਨਾਂ ਦਾ ਮੰਤਰੀ ਉਹਦੇ ਤੋਂ ਅਣਜਾਣਤਾ ਜ਼ਾਹਰ ਕਰਦਾ। ਹਾਲਾਂਕਿ ਉਹਨਾਂ ਨੇ 3 ਸਵਾਲ ਇਹ 'ਚ ਪੁੱਛੇ ਸੀ, ਉਹ ਤੁਸੀਂ ਅੱਗੇ ਜਾ ਕੇ ਦੱਸ ਦਿਓ। ਉਂਝ ਵੈਸੇ ਮੈਨੂੰ ਯਾਦ ਹੈ ਜਲੰਧਰ ਵਾਲਾ ਸਰਕਟ ਹਾਊਸ ਕਾਫੀ ਵਧੀਆ ਹੁੰਦਾ ਸੀ। ਜਦੋਂ ਮੈਂ ਦੂਰਦਰਸ਼ਨ 'ਚ ਜਾਣਾ ਹੁੰਦਾ ਸੀ, ਅਕਸਰ ਲੇਟ ਲੂਟ ਹੋ ਜਾਂਦਾ ਸੀ। 9:30 ਵਜੇ ਵਾਲਾ ਬੁਲੇਟਿਨ ਸ਼ੁਰੂ ਹੋ ਗਿਆ ਤੇ ਫਿਰ ਉੱਥੇ ਰਾਤ ਸਰਕਟ ਹਾਊਸ ਵਿੱਚ ਹੀ ਸਿਫਾਰਿਸ਼ ਫੁਰਸ਼ ਲਾ ਕੇ ਰਹੀਦਾ ਸੀ, ਜਾਂ ਕੋਈ ਬੰਦਾ ਪਟਾਇਆ ਹੁੰਦਾ ਵੀ ਆ ਗਏ ਯਾਰ, ਰਾਤ ਨੂੰ ਆਵਾਂਗੇ, ਲੇਟ ਆਵਾਂਗੇ, ਸਵੇਰੇ ਨਿਕਲ ਜਾਾਂਗੇ। ਸੋ ਇਹ ਸਾਰੀਆਂ ਚੀਜ਼ਾਂ ਅੱਜ ਕੱਲ ਉਹਦਾ ਕੀ ਹਾਲ ਹੈ ਇਹ ਬਾਅਦ 'ਚ ਦੱਸਿਓ। ਪਹਿਲਾਂ ਮੈਨੂੰ ਦੱਸਿਓ ਕਿ ਅੰਮ੍ਰਿਤਸਰ ਦੇ ਸਰਕਟ ਹਾਊਸ ਨਾਲ ਸੰਬੰਧਿਤ ਉਹਨਾਂ 3 ਕੰਪਨੀਆਂ ਦਾ ਜ਼ਿਕਰ ਕੀਤਾ, ਉਹਦੇ 'ਚ ਕੋਈ ਸੋਨੀ ਸਾਹਿਬ ਦਾ ਨਾਮ ਲਿਆ। ਉਹਨਾਂ ਪੁੱਛਿਆ ਕਿ ਇਹਦਾ ਕੋਈ ਮੰਤਰੀ ਓਪੀ ਸੋਨੀ ਨਾਲ ਸੰਬੰਧ ਹੈਗਾ ਸੀ ਕਿ ਨਹੀਂ। ਸਵਾਲ ਕਾਫੀ ਦਿਲਚਸਪ ਸੀ। ਚੱਕੋ ਪਰਦਾ। ਬਿਲਕੁਲ ਸਵਾਲ ਬਹੁਤ ਜ਼ਬਰਦਸਤ ਦਿਲਚਸਪ ਸੀ, ਔਰ ਬੜੀ ਦਿਲਚਸਪੀ ਨਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਇਹ ਸਵਾਲ ਪੁੱਛਿਆ। ਕਹਿੰਦੇ ਆ ਜੀ ਸਾਨੂੰ ਲੋਕ ਪੁੱਛਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਜਦ ਅੰਮ੍ਰਿਤਸਰ ਆਉਂਦੇ ਆ ਤੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਿਉਂ ਠਹਿਰਦੇ ਨੇ, ਸਰਕਟ ਹਾਊਸ ਦੇ ਵਿੱਚ ਕਿਉਂ ਨਹੀਂ ਠਹਿਰਦੇ। ਉਹ ਕਹਿੰਦੇ ਨੇ ਇਹ ਪਿਛਲੀ ਸਰਕਾਰ ਨੇ ਸਰਕਟ ਹਾਊਸ ਨੂੰ ਰਹਿਣ ਜੋਗਾ ਛੱਡਿਆ ਹੀ ਨਹੀਂ। ਔਰ ਜਿਸ ਤਰੀਕੇ ਨਾਲ ਸਰਕਟ ਹਾਊਸ ਨੂੰ ਸਰਕਾਰ ਨੇ ਸਰਕਾਰੀ ਤੌਰ ਤੇ ਵੇਚਿਆ ਔਰ ਸਰਕਾਰ ਨੇ ਨਿੱਜੀ ਤੌਰ ਤੇ ਖਰੀਦਿਆ, ਉਹ ਆਪਣੇ ਆਪ ਵਿੱਚ ਬੜੀ ਹੈਰਾਨੀਜਨਕ ਗੱਲ ਹੈਗੀ ਹੈ। ਕਿਉਂਕਿ 2 ਬਿਡਾਂ ਆਉਂਦੀਆਂ ਉਹਦੇ ਵਾਸਤੇ, ਔਰ ਦੋਨੋਂ ਹੀ ਬਿਡਾਂ ਉਹ ਇੱਕ ਤਰੀਕੇ ਨਾਲ, ਹਾਲਾਂਕਿ ਉਹਨਾਂ ਨੇ ਪਹਿਲੇ ਨਾਂ ਨਹੀਂ ਲਿਆ ਸੀਗਾ ਇਸਦੇ, ਜਿਹੜੇ ਓਪੀ ਸੋਨੀ ਹੈਗੇ ਨੇ ਤੇ ਉਹਨਾਂ ਦੇ ਬੇਟੇ ਸੰਦੀਪ ਸੋਨੀ ਹੈਗੇ ਨੇ, ਉਹਨਾਂ ਦਾ ਉਹਨਾਂ ਕੰਪਨੀਆਂ ਦੇ ਨਾਲ ਨਾਤਾ ਹੈਗਾ। ਇਹ ਐਲੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਸੀਗੇ। ਮੰਤਰੀ ਸਾਹਿਬ, ਵਿੱਤ ਮੰਤਰੀ ਸਾਹਿਬ ਉੱਠਦੇ ਨੇ ਔਰ ਉਹ ਆਪਣੇ ਹੀ ਕੀਤੇ ਹੋਏ ਐਮਐਲਏ ਦਾ ਜਵਾਬ ਦਿੰਦੇ ਹੋਏ ਕਹਿੰਦੇ ਨੇ ਕਿ ਅਸੀਂ ਹਜੇ ਤੱਕ ਜਿੰਨੀ ਕੋਈ ਇਨਕੁਆਇਰੀ ਕਰਾਈ ਹੈ ਉਹਦੇ ਵਿੱਚ ਸੰਦੀਪ ਸੋਨੀ ਔਰ ਓਪੀ ਸੋਨੀ ਉਹਨਾਂ ਦਾ ਉਸ ਕੰਪਨੀ ਨਾਲ ਡਾਇਰੈਕਟ ਔਰ ਇਨਡਾਇਰੈਕਟ ਕੋਈ ਕਨੈਕਸ਼ਨ ਨਹੀਂ ਮਿਲਿਆ। ਜੇ ਐਮਐਲਏ ਸਾਹਿਬਾਨ ਕੋਲ ਕੋਈ ਏਦਾਂ ਦੇ ਸਬੂਤ ਹੋਣ ਤੇ ਉਹ ਸਾਨੂੰ ਦੇ ਦੇਣ। ਯਾਨੀ ਇਸ ਗੱਲ ਦੇ ਵਿੱਚ ਬੜੀ ਇੰਟਰਸਟਿੰਗ ਜੀ ਗੱਲ ਸੀਗੀ, ਕਿਉਂਕਿ ਦੋਨੋਂ ਇੱਕੋ ਪਾਰਟੀ ਦੇ ਐਮਐਲਏ ਨੇ। ਚਲੋ ਹੁਣ ਚੀਮਾ ਸਾਹਿਬ ਤੇ ਮੰਤਰੀ ਬਣ ਗਏ, ਕੁੰਵਰ ਵਿਜੇ ਪ੍ਰਤਾਪ ਉਸ ਕੁਰਸੀ ਦੇ ਹਜੇ ਦੇਖਦੇ ਨੇ ਕਿ ਸ਼ਾਇਦ ਮਿਲ ਜਾਏ। ਪਰ ਇਸ ਤਰੀਕੇ ਨਾਲ ਵਿਧਾਨ ਸਭਾ ਦੇ ਪਟਲ ਦੇ ਵਿੱਚ ਇੱਕੋ ਰੂਲਿੰਗ ਪਾਰਟੀ ਦੇ ਐਮਐਲਏ ਦਾ, ਜਿਹਦੇ ਵਿੱਚ ਇੱਕ ਮੰਤਰੀ ਹੈ, ਏਦਾਂ ਦਾ ਗੱਲ ਕਰਨਾ ਕਿ ਜੇ ਐਮਐਲਏ ਸਾਹਿਬ ਕੋਲ ਕੋਈ ਸਬੂਤ ਹੈਗੇ ਨੇ ਤੇ ਉਹ ਸਾਨੂੰ ਦੇ ਦੇਣ। ਔਰ ਐਮਐਲਏ ਸਾਹਿਬ ਕਹਿੰਦੇ ਨੇ ਕਿ ਇਹਦੀ ਵਿਜੀਲੈਂਸ ਇਨਕੁਆਇਰੀ ਕਰਾ ਲਓ, ਤੁਸੀਂ ਮੇਰੇ ਤੋਂ ਕਿਉਂ ਸਬੂਤ ਮੰਗਦੇ ਹੋ, ਤੁਹਾਨੂੰ ਆਪ ਪਤਾ ਲੱਗ ਜਾਊਗਾ ਇਹਦੇ ਡਾਇਰੈਕਟ ਲਿੰਕ ਹੈਗੇ ਆ ਔਰ ਵਿਜੀਲੈਂਸ ਨੇ ਇਹਦੀ ਇਨਕੁਆਇਰੀ ਕੀਤੀ ਵੀ ਹੋਏਗੀ। ਔਰ ਨਾਲ ਦੇ ਨਾਲ ਉਹ ਇੱਕੋ ਝਟਕੇ ਦੇ ਵਿੱਚ ਕੇਬਲ ਮਾਫੀਆ ਦਾ ਵੀ ਜ਼ਿਕਰ ਕਰ ਦਿੰਦੇ ਨੇ। ਉਹ ਕਹਿੰਦੇ ਨੇ ਜਿੱਦਾਂ ਕੇਬਲ ਮਾਫੀਆ ਦੀ ਵੀ ਅਗਰ ਤੁਸੀਂ ਇਨਵੈਸਟੀਗੇਸ਼ਨ ਕਰਾਓਗੇ, ਕਿਸੇ ਹੋਰ ਨੂੰ ਤੇ ਕੇਬਲ ਰਾਈਟਸ ਵਾਸਤੇ ਬਿਡ ਨਹੀਂ ਕਰਨ ਦਿੱਤਾ ਗਿਆ ਔਰ ਬਹੁਤ ਵੱਡੇ ਇੱਕ ਰੈਕੇਟ ਕਹਿ ਲਓ, ਨੈਕਸਸ ਕਹਿ ਲਓ, ਜਿਹੜਾ ਖੁਲਾਸਾ ਹੋ ਸਕਦਾ ਹੈ, ਸਕੈਮ ਦਾ ਖੁਲਾਸਾ ਹੋ ਸਕਦਾ ਹੈ। ਪਰ ਇਸ ਗੱਲ ਦੇ ਉੱਤੇ ਸਰਕਾਰ ਦਾ ਜਵਾਬ ਕੋਈ ਬਹੁਤ ਸੰਤੋਸ਼ਜਨਕ ਨਹੀਂ ਸੀਗਾ। ਔਰ ਹਰਪਾਲ ਚੀਮਾ ਉਹਨਾਂ ਨੂੰ ਸੁਖਪਾਲ ਖਹਿਰਾ ਉਹਨਾਂ ਵੀ ਘੇਰਦੇ ਨਜ਼ਰ ਆਉਂਦੇ ਨੇ।
ਜਦੋਂ ਕਹਿੰਦੇ ਨੇ ਕਿ ਸ਼ਾਮ ਸੁੰਦਰ ਅਰੋੜਾ ਉਹਨਾਂ ਦੀ ਜਿਹੜਾ JCT ਦੀ ਜਿਹੜੀ ਸਕੀਮ ਸੀਗੀ, ਜਿਹਦੇ ਉੱਤੇ ਉਹਨਾਂ ਦੇ ਉੱਤੇ ਕਰੋੜਾਂ ਦਾ ਇਲਜ਼ਾਮ ਲੱਗਿਆ ਸੀਗਾ ਕਿ ਉਹਨਾਂ ਨੇ ਸਰਕਾਰੀ ਜ਼ਮੀਨ ਨੂੰ ਕੋੜੀਆਂ ਦੇ ਭਾਅ ਲੀਜ਼ ਤੇ ਦੇ ਦਿੱਤਾ, ਔਰ ਕੁਝ ਸਰਕਾਰੀ ਅਫਸਰਾਂ ਨੂੰ ਵੀ ਪਲਾਟ ਅਲਾਟ ਕੀਤੇ। ਇਹਦੇ ਉੱਤੇ ਵੀ ਉਹ ਸੁਖਪਾਲ ਖਹਿਰਾ ਉਹਨਾਂ ਹਰਪਾਲ ਚੀਮਾ ਉਹਨਾਂ ਨੂੰ ਇਹ ਯਾਦ ਦਿਲਾਉਂਦੇ ਨੇ ਕਿ ਤੁਸੀਂ ਸੀ ਜਿਹੜੇ ਬਾਹਾਂ ਚੱਕ ਕੇ ਇਹ ਐਲੀਗੇਸ਼ਨ ਸੁੰਦਰ ਸ਼ਾਮ ਅਰੋੜਾ ਤੇ ਲਾਦੇ ਸੀਗੇ, ਜਿਹੜੇ ਹੁਣ ਭਾਜਪਾ 'ਚ ਚਲੇ ਗਏ ਨੇ। ਔਰ ਕੁਝ ਕਾਗਜ਼ ਨੂੰ ਦਿਖਾਉਂਦੇ ਹੋਇਆ ਕਹਿੰਦੇ ਨੇ ਇਨਕੁਆਇਰੀ ਦੇ ਵਿੱਚ ਵੀ ਇਹ ਸਾਰੀ ਗੱਲਾਂ ਸਾਬਿਤ ਹੋ ਚੁੱਕੀ ਹੈ, ਪਰ ਹਜੇ ਹਰਪਾਲ ਚੀਮਾ ਉਹਨਾਂ ਦਾ ਇਸ ਮੁੱਦੇ ਤੇ ਜਵਾਬ ਆਣਾ ਬਾਕੀ ਹੈ। ਉਹ ਕੀ ਜਵਾਬ ਦਿੰਦੇ ਨੇ, ਇਹ ਵੀ ਬੜਾ ਇੰਟਰਸਟਿੰਗ। ਬਿਲਕੁਲ ਸਰਦਾਰ ਹਮੀਰ ਸਿੰਘ, ਇਹ ਇੱਕ ਅਹਿਮ ਪੱਖ ਰਿਹਾ ਕਿ ਜਿੱਥੇ ਜਿੱਥੇ ਵੀ ਮੰਤਰੀਆਂ ਨੂੰ ਸਵਾਲ ਕੀਤੇ ਗਏ ਸੀਗੇ ਉਹ ਤਿਆਰੀ ਕਰਕੇ ਨਹੀਂ ਆਏ ਉਨੀ ਅੱਛੀ। ਜਿਸ ਤਰੀਕੇ ਨਾਲ ਮਾਈਨਿੰਗ ਨੂੰ ਲੈ ਕੇ ਜਦੋਂ ਸੁੱਖ ਸਰਕਾਰੀਆ ਨੇ ਸਿੱਧਾ ਸਵਾਲ ਕਰਤਾ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਸੈਂਕੜੇ ਕਰੋੜ ਕੱਢ ਕੇ ਲਿਆਵਾਂਗੇ, ਤੇ ਅਜੇ ਤੱਕ ਤਾਂ ਪੁਰਾਣੀ ਜਿਹੜੀ ਕੋਈ ਸੀਗੇ 12 ਕਰੋੜ ਆਇਆ, ਨਵਾਂ ਤੁਸੀਂ ਕੀ ਕੱਢਿਆ ਇਹਦੇ ਚੋਂ? ਦਾਅਵੇ ਤੁਸੀਂ ਇੰਨੇ ਵੱਡੇ ਸਕੈਮਸ ਦੇ ਕੀਤੇ ਤੇ ਦੱਸੋ ਕਿੰਨੀ ਇੱਕ ਕਮਾਈ ਕਰ ਲਈ ਜੇ ਤੁਸੀਂ ਆਹ ਕਹਿੰਦੇ ਰਹੇ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਿੱਚ ਸ਼ਾਮਲ ਹੁੰਦੇ ਆ, ਉਸ ਤੋਂ ਬਾਅਦ ਅਮਨ ਅਰੋੜਾ ਸ਼ਾਮਲ ਹੋ ਜਾਂਦੇ ਆ, ਔਰ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਵੀ ਮੇਰੇ ਬੰਦੇ ਇਹਦੇ ਵਿੱਚ ਸ਼ਾਮਲ ਹੈ। ਸੋ ਇਹਦੇ ਵਿੱਚ ਮੰਤਰੀ ਸਾਹਿਬ ਕਹਿੰਦੇ ਮੈਂ ਬਹਿਸ ਦੌਰਾਨ ਆ ਕੇ ਨਾ ਬਜਟ ਪੇਸ਼ ਹੋਣ ਤੋਂ ਬਾਅਦ ਇਹਦੇ ਤੇ ਸਾਰੀ ਗੱਲ ਰੱਖੂਗਾ ਅੰਕੜਿਆਂ ਸਮੇਤ। ਸੋ ਉਹਨਾਂ ਕੋਲ ਅੰਕੜੇ ਸੀਗੇ ਨਹੀਂ, ਇਹ ਲੱਗਿਆ ਇੰਜ ਬਾਰ-ਬਾਰ ਇੱਕ ਤਰ੍ਹਾਂ ਨਾਲ ਐਕਸਕਿਊਜ਼ ਦਿੰਦੇ ਨਜ਼ਰ ਆਏ। ਇਹਨੂੰ ਮੁਕੰਮਲ ਕਰ ਦਿਓ ਜ਼ਰਾ ਸਾਰੀ ਗੱਲ ਨੂੰ। ਇਹਦੇ ਤੋਂ ਲੱਗਦਾ ਹੈ ਉਹ ਹੈ ਕਿਉਂਕਿ ਇੱਕ ਤਾਂ ਇਹ ਗੱਲ ਠੀਕ ਹੈ ਕਿ ਨਵੇਂ ਬੰਦੇ ਨੇ ਪਹਿਲੀ ਵਾਰ ਆਏ ਨੇ, ਕਿ ਇਹ ਵੀ ਲੱਗਦਾ ਕਿ ਬਿਊਰੋਕ੍ਰੇਸੀ ਤੇ ਕਮਾਂਡ ਵੀ ਇਟ ਮੀਨਸ ਮਿਨਿਸਟਰੀ ਦੀ ਨਹੀਂ ਹੈ। ਨਹੀਂ ਤਾਂ ਮੰਤਰੀ ਕਹੇ ਕਿ ਮੈਨੂੰ ਉੱਥੇ ਜਵਾਬ ਦੇਣਾ ਪਏਗਾ, ਮੈਨੂੰ ਹਰ ਸਪਲੀਮੈਂਟਰੀ ਦਾ ਵੀ ਹੁਣੇ ਤੋਂ ਅੰਦਾਜ਼ਾ ਲੱਗਦਾ। ਨਾਰਮਲੀ ਜਿਹੜੇ ਸਵਾਲ ਪਹਿਲਾਂ ਦਿੰਦੇ ਨੇ 15 ਦਿਨ ਪਹਿਲਾਂ ਦਿੰਦੇ ਨੇ, ਉਹ ਡਿਪਾਰਟਮੈਂਟ ਕੋਲ ਜਾਂਦੇ ਨੇ, ਉਹ ਇਹਦਾ ਪੂਰਾ ਦੇਖਦੇ ਨੇ ਵੀ ਕੀ ਸਪਲੀਮੈਂਟਰੀ ਸਵਾਲ ਵੀ ਹੋ ਸਕਦੇ ਨੇ ਅੱਗੇ ਉਹ ਇਹਦੇ ਤੋਂ, ਤੇ ਉਹਦਾ ਜਵਾਬ ਵੀ ਨਾਲ ਤਿਆਰ ਕਰਕੇ ਦੇਣਾ ਹੁੰਦਾ। ਔਰ ਜਿਹੜਾ ਆਫੀਸਰ ਗੈਲਰੀ ਦੇ ਵਿੱਚ ਨਾਲ ਡਿਪਾਰਟਮੈਂਟ ਦੇ ਸੈਕਟਰੀ ਬੈਠੇ ਹੁੰਦੇ ਨੇ, ਜੇ ਮੰਤਰੀ ਕੋਲ ਜਵਾਬ ਨਾ ਹੋਵੇ ਫਸਦਾ ਦਿਖੇ ਤਾਂ ਵੀ ਉਹਨੇ ਲਿਖ ਕੇ ਪਰਚੀ ਚਿੱਟ ਦਿੰਦੇ। ਆਪਾਂ ਬੜੀ ਵਾਰ ਦੇਖਦੇ ਆ ਕਿ ਨਾਲ ਚਿੱਟ ਲਿਖ ਕੇ ਦੇ ਦਿੰਦੇ ਨੇ ਕਿ ਜਿਹੜਾ ਉਹ ਜਦੋਂ ਸਵਾਲ ਕਰ ਰਿਹਾ ਹੁੰਦਾ ਨਾਲ ਦੀ ਨਾਲ ਚਿੱਟ ਚਲੀ ਜਾਂਦੀ ਹੈ ਕਿ ਇਹਦਾ ਤੁਸੀਂ ਆਹ ਚੀਜ਼ ਕਰ ਲਓ। ਇਹਦੇ ਤੋਂ ਇੱਕ ਨਜ਼ਰੀਆ ਇਹ ਆ ਰਿਹਾ, ਇਹਦਾ ਮਤਲਬ ਕਿ ਅਜੇ ਜਿਹੜਾ ਅਫਸਰਸ਼ਾਹੀ ਬਿਊਰੋਕ੍ਰੇਸੀ ਪ੍ਰਸ਼ਾਸਨ ਟੋਟਲ ਹੇਠਾਂ ਤੱਕ ਪੂਰਾ ਇਨ ਕਮਾਂਡ ਨਹੀਂ ਹੈ ਅਜੇ ਮੰਤਰੀ ਦੇ ਉਸ ਮਾਮਲੇ ਦੇ ਵਿੱਚ। ਜਿਹੜੇ ਵੀ ਮੰਤਰੀ ਅਧੂਰੀ ਜਾਣਕਾਰੀ ਲੈ ਕੇ ਉਸ ਲੈਵਲ ਤੇ ਆਉਂਦੇ ਨੇ ਜਾਂ ਉਹਨਾਂ ਨੇ ਸਿਖਾਇਆ ਹੋਵੇ, ਫਿਰ ਮੰਤਰੀ ਦੀ ਕਾਬਲੀਅਤ ਤੇ ਗੱਲ ਆਉਂਦੀ ਹੈ ਕਿ ਤੁਸੀਂ ਉਹ ਗੱਲ ਪੇਸ਼ ਨਹੀਂ ਕਰ ਪਾ ਰਹੇ ਪੂਰੀ ਤਰ੍ਹਾਂ। ਮਾਈਨਿੰਗ ਦਾ ਸਵਾਲ ਇਹਨਾਂ ਨੇ ਕੀਤਾ ਸੀ ਸੁੱਖ ਸਰਕਾਰੀਆ, ਉਹਨਾਂ ਨੇ ਕੁਐਸਚਨ ਆਵਰ 'ਚ ਲੱਗਿਆ ਹੋਇਆ ਉਹ ਸਵਾਲ ਹੈ, ਔਰ ਉਹ ਕੁਐਸਚਨ ਆਵਰ ਦੇ ਵਿੱਚ ਲੱਗੇ ਹੋਏ ਸਵਾਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਲੱਗ ਜਾਂਦਾ ਕਿ ਇਹ ਕੋਈ ਜਨਰਲ ਸਵਾਲ ਤਾਂ ਹੈ ਨਹੀਂ, ਜ਼ੀਰੋ ਆਵਰ 'ਚ ਨਹੀਂ ਉਠਾਇਆ ਕਿ ਅਚਾਨਕ ਆ ਗਿਆ, ਔਰ ਇਹੋ ਜਿਹੀ ਵੀ ਕੋਈ ਗੱਲ ਨਹੀਂ। ਤੇ ਉਹਦੇ 'ਚ ਫਿਰ ਇਹ ਹੁੰਦਾ ਕਿ ਜਦੋਂ ਤੁਸੀਂ ਸਵਾਲ ਤੁਹਾਡੇ ਕੋਲ ਆ ਗਿਆ, ਉਹਨੇ ਸ਼ੁਰੂ ਤੋਂ ਇਹ ਕਿਹਾ ਸੀ ਕਿ ਇੱਕ ਪਾਲਿਸੀ ਦੱਸ ਦਿਓ, ਕਿੰਨਾ ਹੁਣ ਤੱਕ ਤੁਹਾਨੂੰ ਪ੍ਰਾਪਤ ਹੋਇਆ ਉਹ ਦੱਸ ਦਿਓ, ਰੇਤੇ ਦੇ ਵਿੱਚ ਕੀ ਭਾਅ ਵੇਚਿਆ ਗਿਆ ਜਾਂ ਬਾਕੀ ਚੀਜ਼ਾਂ ਨੇ ਉਹ ਦੱਸ ਦਿਓ। ਤੇ ਲੋਕ ਇਹ ਕਹਿੰਦੇ ਵੀ ਨੇ ਕਿ ਸਾਰਾ 8000 ਕਰੋੜ ਰੁਪਏ ਦਾ ਤਾਂ ਇਹ ਪ੍ਰੋਫੈਸ਼ਨ ਹੈ ਜਿਹਦੇ 'ਚ ਰੇਤੇ ਦਾ ਆਉਣਾ ਜਾਣਾ ਜਿਹੜਾ ਬਣਿਆ ਹੋਇਆ ਹੈ, ਤੇ ਐਡੀ ਵੱਡੀ ਵਧਾ ਕਿੱਥੋਂ ਦਿਓਗੇ? ਜਾਂ ਤਾਂ ਤੁਸੀਂ ਉਹ ਕੋਈ ਤੁਹਾਡੇ ਕੋਲ ਕੋਈ ਇਹੋ ਜਿਹੀ ਗਿੱਦੜ ਸਿੰਘੀ ਹੋਵੇ, ਤੁਸੀਂ ਕਾਰਪੋਰੇਸ਼ਨ ਫਿਰ ਬਣਾਈ ਕਿਉਂ ਨਹੀਂ ਜਿਹੜੀ ਪਹਿਲਾਂ ਕਾਰਪੋਰੇਸ਼ਨ ਕਹਿੰਦੇ ਸੀ? ਜਾਂ ਤੁਸੀਂ ਬਾਕੀ ਦੀ ਪਾਲਿਸੀ ਕਹਿ ਰਹੇ ਸੀ ਕਿ ਅਸੀਂ ਆਹ ਮਾਈਨਿੰਗ ਪਾਲਿਸੀ ਲਿਆਈਏ, ਉਹ ਇੰਪਲੀਮੈਂਟ ਕਿਉਂ ਨਹੀਂ ਹੋਈ? ਔਰ ਜਦੋਂ ਸਰਕਾਰ ਕੋਲ ਇਹਦਾ ਮਤਲਬ ਅਜੇ 3 ਮਹੀਨਿਆਂ 'ਚ ਇਹਦਾ ਕੋਈ ਇਨੀਸ਼ੀਅਲ ਜਵਾਬ ਨਹੀਂ, ਤਾਂ ਇਹਦੇ ਤੇ ਮਾਈਂਡ ਅਪਲਾਈ ਨਹੀਂ ਕੀਤਾ। ਇਹਦੇ ਤੋਂ ਨਜ਼ਰ ਇਹ ਆਉਂਦਾ ਕਿ ਸਰਕਾਰ ਨੇ ਆਪਣਾ ਮਨ, ਆਪਣਾ ਦਿਮਾਗ ਇਹਦੇ ਤੇ ਪੂਰੀ ਤਰ੍ਹਾਂ ਮਤਲਬ ਅਜੇ ਲਾਗੂ ਨਹੀਂ ਕੀਤਾ। ਉਹਦੇ ਲਈ ਕੋਈ ਕੰਸੈਂਸਸ ਬੇਸਡ ਪਾਲਿਸੀ ਸਾਹਮਣੇ ਆਈ ਨਹੀਂ ਹੈ, ਜਿਹੜੀ ਤੇ ਇਹ ਲੱਗਦਾ ਸੀ। ਹਾਂ, ਜੇ ਇਹ ਦੂਸ਼ਣਬਾਜ਼ੀ ਹੈਗੀ ਹੈ ਬਿਲਕੁਲ, ਔਰ ਦੂਸ਼ਣਬਾਜ਼ੀ ਦੀ ਠੀਕ ਵੀ ਹੋ ਸਕਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਰਹੇ ਕਿ ਸਾਡੇ ਇੰਨੇ MLA ਜਿਹੜੇ ਸੀ ਉਹ ਰੇਤ ਮਾਫੀਆ ਦੇ ਨਾਲ ਜਾਂ ਰੇਤਾ ਚੱਕਦੇ ਰਹੇ, ਤਾਂ ਸਗੋਂ ਸਰਕਾਰ ਦੀ ਫਿਰ ਡਿਊਟੀ ਬਣਦੀ ਸੀ ਕਿ ਇਸ ਬਜਟ ਸੈਸ਼ਨ ਦੇ ਵਿੱਚ ਲਿਆ ਕੇ ਉਹਨਾਂ ਦੇ ਪਰਦੇ ਸਭ ਦੇ ਸਾਹਮਣੇ ਫਰੋੜ ਦਿੰਦੀ ਕਿ ਇੰਨਾ ਸਗੋਂ ਚੱਕਿਆ ਗਿਆ ਰੇਤਾ ਹੈ ਤੇ ਆਹ ਗੱਲ ਹੋਈ ਹੈ ਤੇ ਇੰਨੀ ਲੁੱਟ ਹੋ ਗਈ ਹੈ, ਲੁੱਟ ਨੂੰ ਅਸੀਂ ਇਸ ਢੰਗ ਨਾਲ ਰੋਕਤਾ ਹੈ। ਸਗੋਂ ਸਰਕਾਰ ਕੋਲ ਮੌਕਾ ਸੀ ਜਿਹੜਾ ਪਹਿਲਾ ਬਜਟ ਸੈਸ਼ਨ, ਕਿਉਂਕਿ ਹੁਣ ਤੱਕ ਉਹ ਕਹਿੰਦੇ ਨੇ ਸਾਡਾ ਆ ਜਾਣ ਦਿਓ ਸੈਸ਼ਨ, ਪਹਿਲਾ ਬਜਟ ਸੈਸ਼ਨ ਉਦੋਂ ਦੇਖਿਓ। ਉਦੋਂ ਕੀ ਕਰੋਗੇ ਜਦੋਂ ਸਵਾਲਾਂ ਦੇ ਜਵਾਬ ਉਸ ਰੂਪ 'ਚ ਨਹੀਂ ਹੈ? ਤਾਂ ਇਹਨੂੰ ਮਤਲਬ ਬਹੁਤ ਗੌਰ ਕਰਨ ਵਾਲੀ ਗੱਲ ਹੈ। ਸਰਦਾਰ ਹਮੀਰ ਸਿੰਘ, ਇੱਕੋ ਲਾਈਨ ਦੇ ਵਿੱਚ ਇਹਦਾ ਜਵਾਬ ਦਿਓ। ਚਲੋ ਇੱਕ ਲਾਈਨ 'ਚ ਤਾਂ ਉੱਥੋਂ ਦਿੱਤਾ ਨਹੀਂ ਜਾਣਾ, ਮੈਨੂੰ ਪਤਾ ਤੁਹਾਡੇ ਕੋਲ ਲਫ਼ਜ਼ ਜ਼ਿਆਦਾ। ਵੈਸੇ ਉਹਨਾਂ ਨੇ ਨੀਤੀ ਹੋਰ ਬਣਾ ਲਈ, ਲਬੇੜੋ ਨੀਤੀ ਹੈ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ ਲਬੇੜੋ ਨੀਤੀ। ਉਹ ਕਹਿੰਦੇ ਸੋਨੀ ਸਾਹਿਬ ਔਰ ਰਾਜਾ ਵੜਿੰਗ
ਕਿ ਪਾਲਿਸੀ ਤਾਂ ਮੰਤਰੀ ਬਣਾ ਕੇ ਲਿਆਉਂਦੇ, ਅਫਸਰ ਬਣਾ ਕੇ ਲਿਆਉਂਦੇ, ਮੰਤਰੀ ਤਾਂ ਸਾਈਨ ਨਹੀਂ ਕਰਦੇ। ਸੋ ਇਹਦੇ ਉੱਤੇ ਟਿੱਪਣੀ ਦੇ ਦਿਓ। ਤੁਹਾਨੂੰ ਲੱਗਦਾ ਹੈ ਕਿ ਜੇ ਸਰਕਾਰ ਚਾਹੁੰਦੀ ਵੀ ਹੋਊਗੀ ਕਿ ਪਰਦੇ ਫਰੋਲ ਦਿਓ ਤੇ ਅਫਸਰਾਂ ਨੇ ਉਹ ਡਾਟੇ ਦੇਣੇ ਨੇ, ਉਹ ਸਾਰੇ ਦੇ ਸਾਰੇ ਅੰਕੜੇ ਦੇਣੇ ਨੇ? ਡਰ ਤਾਂ ਕਾਂਗਰਸੀਆਂ ਨੇ ਪਾਤਾ ਵੀ ਲਿਆਓ ਘੁਮਾ ਕੇ ਅਫਸਰ ਫਸਾਓ ਤੇ ਅਫਸਰਾਂ ਨੇ ਆਪੇ ਹੀ ਫਾਈਲਾਂ ਲਗਾ ਲੈਣੀਆਂ ਜੀ। ਹਾਂ ਬਿਲਕੁਲ। ਇੱਥੇ ਇਸ ਤੋਂ ਵੀ ਪਹਿਲਾਂ ਮੈਂ ਇੱਕ ਗੱਲ ਦੱਸਦਾ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਖੜ ਕੇ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ 'ਚ ਕਿ ਆਪਾਂ ਕਾਹਦੀ ਲੜੂ ਜਾਂਦੇ ਆ, ਅਫਸਰ ਜਿਹੜੇ ਗੈਲਰੀ 'ਚ ਬੈਠੇ ਨੇ ਸਾਡੇ ਨਾਲ ਹੋ ਜਾਂਦੇ ਨੇ, ਕਦੇ ਤੁਹਾਡੇ ਨਾਲ ਹੋ ਜਾਂਦੇ ਨੇ, ਇਸ ਲਈ ਆਪਾਂ ਇਹ ਕਦੇ ਲੜਦੇ ਦੇਖੇ ਨੇ ਆਪਸ ਦੇ ਵਿੱਚ, ਸਾਨੂੰ ਲੜਾ ਰਹੇ ਨੇ, ਇਹ ਤੋਂ ਸੁਚੇਤ ਰਹੋ। ਮਤਲਬ ਰਲ ਮਿਲ ਕੇ ਮਲਾਈ ਸਕੋ, ਆਪਾਂ ਵੀ ਇੱਕ ਦੂਜੇ ਦੇ ਖਿਲਾਫ ਕਿਉਂ ਹੋਈ ਜਾ ਰਿਹਾ। ਇਹ ਇੱਕ ਪੋਲਿਟਿਕਸ ਦਾ ਰੂਲ ਵੀ ਬਣਾਉਣ ਦੀ ਟਰਾਈ ਹੁੰਦੀ ਹੈ ਬੜੀ ਵਾਰ। ਪਰ ਸਵਾਲ ਇੰਨਾ ਜ਼ਰੂਰ ਹੈ ਕਿ ਜੇ ਪੋਲੀਟੀਕਲੀ ਅਫਸਰ ਕੋਈ ਇਹ ਕਹਿੰਦਾ ਕਿ ਅਫਸਰ ਲੈ ਕੇ ਆਉਂਦੇ ਨੇ ਪਾਲਿਸੀ ਤੇ ਮੰਤਰੀ ਤਾਂ ਕੱਲੀ ਘੁੱਗੀ ਮਾਰਦੇ ਨੇ, ਸਾਈਨ ਕਰਦੇ ਨੇ, ਤਾਂ ਇਹ ਇਨਕੰਪੀਟੈਂਟ ਤੇ ਅਯੋਗ ਮਿਨਿਸਟਰੀ ਹੋਏਗੀ ਉਹ ਜਿਹੜਾ ਇਹ ਕਰਦਾ ਹੋਏਗਾ। ਕਿਉਂਕਿ ਉਹ ਲੋਕਾਂ ਦਾ ਨੁਮਾਇੰਦਾ, ਉਹਨੂੰ ਚੁਣਿਆ ਗਿਆ ਇਸ ਕਰਕੇ ਹੈ ਕਿ ਉਹ ਜਿਹੜੇ ਮਰਜ਼ੀ ਨਾਲ ਸਲਾਹ ਕਰੇ, ਜੋ ਮਰਜ਼ੀ ਕਰੇ, ਉਹ ਫਾਈਨਲ ਅਥਾਰਟੀ ਮੰਨੀ ਜਾਂਦੀ ਹੈ, ਅਫਸਰ ਤੋਂ ਉੱਪਰ ਮੰਨੀ ਜਾਂਦੀ ਹੈ। ਤੇ ਡਿਸਪਿਊਟ ਖੜਾ ਕਰੇ, ਜੇ ਸੈਕਟਰੀ ਕੁਝ ਹੋਰ ਕਹਿੰਦਾ ਉਹਦੀ ਨਹੀਂ ਮੰਨਦਾ ਤਾਂ ਡਿਸਪਿਊਟ ਚੀਫ ਮਿਨਿਸਟਰ ਕੋਲ ਜਾਂਦਾ ਹੈ, ਤਾਂ ਚੀਫ ਮਿਨਿਸਟਰ ਲੈਵਲ ਤੇ ਫੈਸਲੇ ਹੁੰਦੇ ਨੇ। ਇਹ ਹੁਣ ਮੰਤਰੀ ਤੇ ਨਿਰਭਰ ਕਰਦਾ ਕਿ ਉਹ ਆਪਣੀ ਲਿਆਕਤ ਨੂੰ ਵਧਾਉਂਦਾ ਹੈ, ਉਸ ਡਿਪਾਰਟਮੈਂਟ ਵਾਲੇ ਸਮਝ ਵਧਾਉਂਦਾ ਹੈ ਤੇ ਆਪਣੀ ਕਮਿਟਮੈਂਟ ਕਿੰਨੀ ਰੱਖਦਾ ਲੋਕਾਂ ਪ੍ਰਤੀ, ਇਹ ਉਹਦੇ ਤੇ ਨਿਰਭਰ ਕਰਦਾ। ਭਾਸਕਰ ਸਾਹਿਬ, ਸਿਰਫ 60 ਸੈਕਿੰਡ ਦੇ ਵਿੱਚ ਉਂਝ ਇਹ ਤਾਂ ਕਹਿੰਦੇ ਸੀਗੇ ਕਿ ਪੁਰਾਣਾ ਜਿਹੜਾ ਮਾਈਨਿੰਗ ਵਾਲਾ ਮੰਤਰੀ ਫਸਾਉਣਾ, ਪੁਰਾਣੇ ਮਾਈਨਿੰਗ ਵਾਲੇ ਮੰਤਰੀ ਨੇ ਤੇ ਫਸਾ ਲਏ ਸਾਰੇ। ਕੀ ਕਹਿੰਦੇ ਹੋ? ਬਿਲਕੁਲ ਜਿਸ ਤਰੀਕੇ ਨਾਲ ਗੱਲਾਂ ਅੱਗੇ ਤੁਰ ਰਹੀ ਹੈ, ਔਰ ਜਿਹੜੀ ਤੁਸੀਂ ਲਿਬੇੜੋ ਰਾਜਨੀਤੀ ਵਾਲੀ ਗੱਲ ਕਰਦੇ ਹੋ, ਉਹ ਮੰਤਰੀ ਕਹਿੰਦੇ ਵੀ ਇਹ ਸਭ ਕੁਝ ਕਰਦੇ ਤੇ ਅਫਸਰਾਂ ਨੇ ਸਾਨੂੰ ਕਿਉਂ ਪੁੱਛਦੇ ਹੋ। ਔਰ ਜਦ ਅਫਸਰਾਂ ਨੂੰ ਗੱਲ ਪੁੱਛੋ ਤੇ ਕਹਿੰਦੇ ਜੀ ਮੰਤਰੀ ਸਾਨੂੰ ਜੋ ਵੀ ਆਰਡਰ ਦਿੰਦੇ ਨੇ ਵਰਬਲੀ। ਹੁਣ ਬੱਸਾਂ ਵਾਲੀ ਗੱਲ ਨੂੰ ਹੀ ਲੈ ਲਓ, ਜਿਹੜੇ 840 ਬੱਸਾਂ ਕਹਿੰਦੇ ਜੈਪੁਰ ਤੋਂ ਕਿਉਂ ਬਣਾਈ, ਕਾਗਜ਼ ਹੈ ਕਹਿੰਦੇ ਨੇ ਕਿ ਉਸ ਤੋਂ ਘੱਟ ਦੀ ਕੋਟੇਸ਼ਨ ਹੈਗੀ ਸੀ, ਉਹ ਪੰਜਾਬ ਦੇ ਵਿੱਚ ਹੀ ਸੀਗੀ, 1.5 ਕਰੋੜ ਦਾ ਡੀਜ਼ਲ ਵੀ ਬਚਦਾ, ਉਸ ਤੋਂ ਬਾਵਜੂਦ ਜੈਪੁਰ ਤੋਂ ਬੱਸਾਂ ਕਿਉਂ ਬਣਾਈ। ਉਹ ਵੀ ਬੱਸਾਂ ਦੇ ਉੱਤੇ ਜਿੱਦਾਂ ਆਪਾਂ ਪਹਿਲੇ ਵੀ ਗੱਲ ਕੀਤੀ ਸੀਗੀ, ਉਹ ਜਿਹੜੀ ਪੌੜੀ ਸਮਾਨ ਰੱਖਣ ਦਾ ਸਿਸਟਮ ਜਿਹਾ, ਲੱਖ ਰੁਪਇਆ ਤਾਂ ਉਹਦਾ ਹੀ ਇੱਧਰ ਉੱਧਰ ਹੋ ਜਾਂਦਾ ਹੈ। ਤੇ ਉਹਦੇ ਹਿਸਾਬ ਨਾਲ ਅੱਗੇ ਚੱਲ ਕੇ ਰਾਜਨੀਤੀ ਕਿਸ ਪਾਸੇ ਜਾਣੀ ਹੈ। ਔਰ ਅੱਜ ਜਿਸ ਤਰੀਕੇ ਨਾਲ ਕਾਂਗਰਸ ਨੇ ਕਾਰਤਿਕ ਦੀ ਮੌਤ ਤੋਂ ਬਾਅਦ ਵੀ ਕੁਝ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਲੱਗਦਾ ਹੈ ਕਿ ਅੱਗੇ ਚੱਲ ਕੇ ਹਰ ਮੁੱਦੇ ਤੇ, ਭਾਵੇਂ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਜਾਂ ਕਾਰਤਿਕ ਦੀ ਆਤਮ ਹੱਤਿਆ ਜਾਂ ਜੋ ਵੀ ਇਨਸੀਡੈਂਟ ਹੋਇਆ, ਉਹਦੇ ਉੱਤੇ ਰਾਜਨੀਤੀ ਜ਼ਰੂਰ ਹੋਈ। ਬਿਲਕੁਲ। ਔਰ ਇੱਕ ਚੀਜ਼ ਇਹਦੇ ਚ ਮੈਂ ਸ਼ਾਮਲ ਕਰਦੇ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਪੋਪਲੀ ਦੇ ਘਰ ਜਾਂਦੇ ਆ ਅਫਸੋਸ ਲਈ, ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਕੋਈ ਟਿੱਪਣੀ ਮੀਡੀਆ ਨੂੰ ਨਾ ਦੇ ਕੇ ਇੱਕ ਸਿਆਣਪ ਕੀਤੀ ਆ ਤਾਂ ਕਿ ਦੋਸ਼ ਨਾ ਲੱਗੇ ਕਿ ਉਹ ਸਿਆਸੀਕਰਨ ਇਹਦਾ ਕਰ ਰਹੇ। ਹਾਲਾਂਕਿ ਉਹਨਾਂ ਦਾ ਮੌਕਾ ਹੀ ਤੇ ਪਹੁੰਚ ਜਾਣਾ ਥੋੜੇ ਸਮੇਂ ਬਾਅਦ, ਉਸ ਤੋਂ ਬਾਅਦ ਸਿਆਸਤ ਤਾਂ ਹੋਊਗੀ, ਲੇਕਿਨ ਇਹ ਸਿਆਸਤ ਵਿਧਾਨ ਸਭਾ ਦੇ ਵਿੱਚ ਸੋਮਵਾਰ ਨੂੰ ਸ਼ਾਇਦ ਕਾਫੀ ਜ਼ਿਆਦਾ ਹੋਵੇ, ਦੇਖੀ ਜਾਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ ਜੀ।